ਵਾਹਿਗੁਰੂ ਜੀ। ਜਿਵੇਂ ਇੱਕ ਅਰਥ ਨੇ ਸਿੱਧੇ ਸਿੱਧੇ ਜੇ ਬਾਣੀ ਦੇ। ਜਿੱਥੇ ਉਹਦੇ ਅਰਥ ਨੇ ਉੱਥੇ ਉਹ ਸ਼ਬਦ ਨੇ, ਉੱਥੇ ਉਹਦਾ ਰੂਪ ਗੁਰਮੁਖੀ ਦਾ ਹੈ। ਫਿਰ ਉਸ ਤੋਂ ਅੱਗੇ ਜਿਹੜਾ ਹੈ ਉਹ ਕਿਤੇ ਉਪਦੇਸ਼ ਹੈ, ਕਿਤੇ ਉਹ ਜਿੱਥੇ ਕੱਲਾ ਉਪਦੇਸ਼ ਨਾ ਹੋ ਕੇ ਨਾਲ ਸਿਰਜਨਾਤਮਕ ਵੀ ਹੈ, ਕ੍ਰੀਏਟਿਵ ਵੀ ਹੈ, ਸਿਰਜਦਾ ਹੈ ਹਿਰਦੇ ਨੂੰ, ਮਨ ਨੂੰ, ਉੱਥੇ ਉਹ ਗੁਰੂ ਸਵਰੂਪ ਹੋ ਜਾਂਦਾ। ਜਿੱਥੋਂ ਤੱਕ ਭਾਸ਼ਾ ਦਾ ਸੰਬੰਧ ਹੈ, ਸ਼ਬਦਾਂ ਦਾ ਸੰਬੰਧ ਹੈ, ਉੱਥੋਂ ਤੱਕ ਬੁੱਧ ਨਾ ਸਮਝ ਲਿਆ ਜਾਂਦਾ। ਆਪਣੀ ਬੁੱਧ ਨਾ, ਮਤ ਨਾ ਸਮਝ ਲਿਆ ਜਾਂਦਾ ਕਿ ਹਾਂ ਆਹ ਗੱਲ ਹੈ। ਪਰ ਜਿਹੜਾ ਗੁਰੂ ਦਾ ਸਵਰੂਪ ਹੈ ਉਹ ਮਤ ਨਾਲ ਨਹੀਂ ਸਮਝਿਆ ਜਾਂਦਾ। ਸਿਰਫ ਬਾਣੀ ਦਾ ਸਵਰੂਪ ਜਿਹੜਾ ਹੈ, ਜਿਹੜੀ ਸਿਰਫ ਸ਼ਬਦ ਬਾਣੀ, ਉਹਦਾ ਸਵਰੂਪ ਮਤ ਨਾਲ ਸਮਝਿਆ ਜਾਏਗਾ। ਪਰ ਜਿਹੜੀ ਗੁਰਬਾਣੀ ਹੈ, ਗੁਰੂ ਹੈ, ਉਹਦਾ ਸਵਰੂਪ ਜਿਹੜਾ ਉਹ ਮਤ ਨਾਲ ਨਹੀਂ, ਉਹ ਮਤ ਛੱਡ ਕੇ ਸਮਝ ਆਉਂਦਾ, ਮਤ ਤੋਂ ਪਾਰ ਜਾ ਕੇ। ਕਿਹਨੂੰ ਪਤਾ ਲੱਗਾ ਕਿ ਕਿੰਨੀ ਗਹਿਰਾਈ ਹੈ? ਸਮਝਿਆ ਕਿਸੇ ਨੇ ਬਾਤ ਨੂੰ? ਖਾਲਸਾ ਜੀ ਆਪ ਜੀ ਨੇ ਸਮਝੇ? ਸਾਡੇ ਦੇਖੇ ਜਦੋਂ ਮਨੁੱਖ ਇਸ ਅਵਸਥਾ 'ਚ ਜਾਂਦਾ ਹੈ, ਇਹਨਾਂ ਦੋ ਘਟਨਾਵਾਂ ਘਟਦੀਆਂ। ਇੱਕ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਅਗਾਧ ਬੋਧ ਹੈ, ਬੇਅੰਤ ਹੈ, ਤੇ ਦੂਜਾ ਉਹ ਮਸਤਾਨਾ ਹੋ ਜਾਂਦਾ ਆਪਣੇ ਅੰਦਰ, ਆਪਣੇ ਗੁਰੂ ਦੇ ਨਾਲ। ਬਸ ਉਹ ਰੰਗ 'ਚ ਚਲਿਆ ਜਾਂਦਾ। ਇੱਕ ਸਮਝ ਆਉਂਦੀ ਏ, ਇੱਕ ਰੰਗ ਪੈ ਜਾਂਦਾ, ਇੱਕ ਰੰਗ ਜਿਹੜਾ ਏ ਉਹ ਮਿਲ ਜਾਂਦਾ। ਤੇ ਕਮ ਸੇ ਕਮ ਗੁਰੂ ਨਾਲ ਇੰਨੀ ਕੁ ਪਹਿਚਾਣ ਬਣਾਓ ਕਿ ਅਗਾਧ ਬੋਧ ਲੱਗਣ ਲੱਗ ਜਾਏ, ਬੜਾ ਵਿਸ਼ਾਲ, ਬੜਾ ਵਿਰਾਟ ਲੱਗਣ ਲੱਗ ਜਾਏ। ਜੇ ਦਿਨ ਤੁਸੀਂ ਉਹਦੀ ਉਹ ਅਗਾਧ ਬੋਧਤਾ ਨੂੰ, ਅਗੰਮਤਾ ਨੂੰ, ਬੇਅੰਤਤਾਈ ਨੂੰ ਸਮਝ ਲਿਆ, ਉਹ ਦਿਨ ਤੁਸੀਂ ਆਪਣੇ ਗੁਰੂ ਦੇ ਦੀਵਾਨੇ ਹੋ ਜਾਣਾ। ਬਸ थोड़ी जी बात गहरी है, पर सांझ पाओगे तो होएगी। ਸ਼ਾਪ ਜੀ ਦੇ ਵਿੱਚੋਂ ਜੀਵਨ ਦੇ ਵਿੱਚ ਜਿਹੜਾ ਇਹ ਉਹ ਦੁਖੀ ਕੌਣ ਕੌਣ ਹੈ, ਉਹ ਹੱਥ ਖੜਾ ਕਰਿਓ। ਇੱਕ ਫਤਿਹ ਨੇ ਕੀਤਾ। ਕੌਣ ਕੌਣ ਦੁਖੀ ਹੈ? ਦੁੱਖ ਕਿਹਨੂੰ ਕਿਹਨੂੰ ਘੇਰ ਲੈਂਦੇ? ਭੈਣ ਅੱਗੇ ਆ ਜਾਓ, ਪੁੱਤ ਅੱਗੇ ਆ। ਸੁਣਦਾ ਇੱਥੇ ਇੰਨੀ ਦੂਰ? ਤੇ ਇੱਧਰ ਆ ਜਾਓ, ਅੱਗੇ ਆ ਜਾਓ, ਸਾਰੇ ਲਾਗੇ ਲਾਗੇ ਆ ਜਾਓ। ਅੱਛਾ, ਦੁਖੀ ਕੌਣ ਕੌਣ ਹੈ? ਉਹ ਹੱਥ ਖੜਾ ਕਰੋ।
ਅੱਛਾ, ਸੁਖੀ ਕੌਣ ਕੌਣ ਹੈ ਉਹ ਹੱਥ ਖੜਾ ਕਰਿਓ। ਸਾਰੀ ਦੁਖੀ ਬਹੁਤ ਸੀਗੇ ਨਾ, ਬਹੁਤ ਦੁਖੀ ਸੀਗੇ, ਪਰ ਸੰਗਤ ਨੇ ਇਸ ਤਰ੍ਹਾਂ ਦਾ ਰੰਗ ਬੰਨਿਆ ਕੋਈ ਪਤਾ ਹੀ ਨਹੀਂ ਨਾ, ਦੁੱਖ ਪਤਾ ਹੀ ਨਹੀਂ। ਮਤਲਬ ਟਾਈਮ ਦੇ ਵਿੱਚ ਇੰਨਾ ਆਨੰਦ ਵੱਜਿਆ ਰਹਿੰਦਾ ਵੀ ਦੁੱਖ ਦਾ ਤਾਂ ਪਤਾ ਹੀ ਨਹੀਂ, ਕੋਈ ਦੁੱਖ ਆ ਜਾਂ ਕਿਵੇਂ, ਕੋਈ ਪਤਾ ਨਹੀਂ। ਬਿਲਕੁਲ ਆਨੰਦ 'ਚ ਰਹੀਦਾ, ਕਿਉਂਕਿ ਸੰਗਤ ਇਸ ਤਰ੍ਹਾਂ ਦੀ ਪਿਆਰੀ ਮਿਲੀ। ਮਹਾਰਾਜ ਜੀ ਨੇ ਕਿਰਪਾ ਬਹੁਤ ਕੀਤੀ। ਜਦੋਂ ਆਪ ਜੀ ਜੀਵਨ 'ਚ ਚੱਲਦੇ ਉਹਨਾਂ ਦੋ ਚੀਜ਼ਾਂ ਘਟਦੀਆਂ, ਇੱਕ ਦੁੱਖ ਤੇ ਇੱਕ ਸੁੱਖ। ਮਨੁੱਖ ਜਿਹੜਾ ਹੈ ਉਹ ਸੁੱਖ ਦੇ ਪਿੱਛੇ ਭੱਜਦਾ ਹੈ, ਪਰ ਉਹਦੇ ਆਪੋਜ਼ਿਟ ਆਪਣੇ ਆਪ ਦੁੱਖ ਬਣ ਜਾਂਦਾ। ਸਾਡੇ ਮੰਨਣ ਤੇ ਖਲੋਤਾ ਹੈ। ਅਸੀਂ ਧੁੱਪ ਨੂੰ ਜਿਹੜਾ ਹੈ ਉਹ ਛਾਂ ਨੂੰ ਸੁੱਖ ਮੰਨਾਂਗੇ ਤੇ ਧੁੱਪ ਆਪਣੇ ਆਪ ਦੁੱਖ ਹੋ ਜਾਣਾ। ਅਸੀਂ ਦਿਨ ਨੂੰ ਸੁੱਖ ਮੰਨਾਂਗੇ ਤੇ ਰਾਤ ਆਪਣੇ ਆਪ ਦੁੱਖ ਹੋ ਜਾਣੀ। ਅਸੀਂ ਜਿਹੜਾ ਹੈ ਉਹ ਰੌਸ਼ਨੀ ਨੂੰ ਸੁੱਖ ਮੰਨਾਂਗੇ ਤੇ ਅੰਧੇਰਾ ਆਪਣੇ ਆਪ ਦੁੱਖ ਹੋ ਜਾਣਾ। ਸਾਡੇ ਹੀ ਖਲੋਤਾ ਹੈ ਦੋਵੇਂ, ਸੁੱਖ ਵੀ ਤੇ ਦੁੱਖ। ਪਰ ਜਦੋਂ ਆਪ ਜੀ ਦੀ ਜੀਵਨ ਪਕੜ ਚ ਆਉਂਦੀ ਹੈ, ਦੋਵੇਂ ਨਹੀਂ ਰਹਿੰਦੇ, ਨਾ ਸੁੱਖ ਤੇ ਨਾ ਦੁੱਖ। ਸਿਰਫ ਇੱਕ ਹੀ ਚੀਜ਼ ਰਹਿੰਦੀ ਹੈ ਜਿਹਨੂੰ ਆਨੰਦ ਕਹਿੰਦੇ। ਉਹਦੇ ਆਪੋਜ਼ਿਟ ਕੁਝ ਨਹੀਂ ਹੈਗਾ। ਸਿਰਫ ਇੱਕੋ ਹੀ ਚੀਜ਼ ਰਹਿੰਦੀ ਹੈ, ਖੇੜਾ। ਬਹੁਤਾਤ ਦੇ ਵਿੱਚ ਜਿਹੜਾ ਹੈ ਉਹ ਜੀ ਸਾਰੀ ਉਮਰ ਲੰਘ ਜਾਂਦੀ, ਉਹਨਾਂ ਨੂੰ ਇੰਨਾ ਹੀ ਨਹੀਂ ਸਮਝ ਆਉਂਦਾ ਕਿ ਦੁੱਖ ਤੇ ਸੁੱਖ 'ਚ ਫਰਕ ਕੀ ਹੈ। ਕੋਈ ਫਰਕ ਨਹੀਂ ਹੈ, ਤੁਹਾਡਾ ਹੀ ਮੰਨਿਆ ਹੈ। ਬਸ ਤੁਸੀਂ ਇੱਕ ਚੀਜ਼ ਨੂੰ ਮੰਨਿਆ ਹੈ, ਇੱਕ ਦਾ ਵਿਰੋਧ ਕਰਨ ਡਏ ਹੋ। ਤੁਸੀਂ ਮੰਨ ਲਿਆ ਕਿ ਲੋਕ ਮੇਰੀ ਇੱਜ਼ਤ ਕਰਨ ਤੇ ਜਿਹੜਾ ਰੂੜ ਬੋਲਣਗੇ ਉਹ ਦੁਖੀ ਹੋ ਜਾਣਾ। ਤੁਸੀਂ ਜੇ ਤੁਸੀਂ ਕੁਝ ਨਾ ਮੰਨਿਆ ਹੋਵੇ, ਸਤਿਗੁਰੂ ਜਿਹੜਾ ਭਾਣਾ ਕਹਿੰਦੇ ਨੇ ਨਾ, ਉਹ ਬੜਾ ਪਿਆਰਾ ਸ਼ਬਦ ਹੈ। ਕੁਝ ਨਾ ਮੰਨਿਆ ਹੋਵੇ ਤੇ ਹਰ ਖੇਡ ਪਰਮਾਤਮਾ ਦੀ ਹੋਵੇ। ਹਰ ਇੱਕ ਜੀਅ 'ਚ ਪਰਮਾਤਮਾ ਨੂੰ ਵੇਖੋ ਕਿ ਪਰਮਾਤਮਾ ਨੇ ਰਚਿਆ ਹੈ। ਸਤਿਗੁਰੂ ਤੇ ਜਦੋਂ ਆਪ ਜੀ ਨਿਤਨੇਮ ਕਰਦੇ ਹੋ ਉਦੋਂ ਵੀ ਕਹਿੰਦੇ, ਇਹ ਨੇਤਰੋ ਮੇਰੇ, ਕਿ ਇਹ ਨੇਤਰੋ ਨੂੰ ਪਰਮਾਤਮਾ ਨੂੰ ਵੇਖਿਓ। ਇਹਨਾਂ ਸਭਨਾਂ ਦੇ ਵਿੱਚ ਉਹਨੂੰ ਹੀ ਖੋਜਣਾ ਹੈ। ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਤੁਸੀਂ ਏਦਾਂ ਵੇਖਣਾ ਸ਼ੁਰੂ ਕਰੋਗੇ ਨਾ, ਗੁਰੂ ਦੀ ਦ੍ਰਿਸ਼ਟੀ ਨਾਲ, ਗੁਰੂ ਦੀ ਮੱਤ ਨਾਲ। ਗੁਰੂ ਜੋ ਵੀ ਜਿੱਦਾਂ ਆਪ ਜੀ ਨੂੰ ਜੀਣਾ ਸਿਖਾਉਂਦੇ, ਕਿ ਮਾਂ 'ਚ ਵੇਖਣਾ ਹੈ ਕਿ ਉਹ ਪਿਆਰਾ ਅੰਦਰ ਬੈਠਾ ਹੈ, ਬਸ ਉਹਦੀ ਸੇਵਾ 'ਚ ਉਤਰਨਾ। ਸਿੰਪਲ ਜੇ ਦੋ ਕਾਰਜ ਨੇ ਜਿਹੜੇ ਕਰਨੇ ਨੇ, ਇੱਕ ਸਿਮਰਨ ਨੇ, ਇੱਕ ਸੇਵਾ ਹੈ। ਗੁਰੂ ਨਾਨਕ ਮਹਾਰਾਜ ਦੇ ਦੋ ਹੀ ਸ਼ਬਦ ਨੇ, ਦੋ ਹੀ ਪਿੱਲਰ ਨੇ, ਸੇਵਾ ਤੇ ਸਿਮਰਨ। ਹੋਏਗੇ ਕਿੱਦਾਂ? ਹਰ ਇੱਕ ਜੀਅ ਦੇ ਅੰਦਰ ਉਹ ਬੁਰਾ ਏ ਚੰਗਾ ਏ, ਬਸ ਇਹ ਤੇ ਪਤਾ ਹੀ ਹੈ ਨਾ ਵੀ ਇਹਦੇ ਅੰਦਰ ਉਹ ਬੈਠਾ ਏ ਤੇ ਤਾਂ ਹੀ ਇਹ ਜਿੰਦਾ ਏ, ਨਹੀਂ ਤੇ ਜਿੰਦਾ ਨਹੀਂ ਹੋ ਸਕਦਾ। ਉਹਦੀ ਜੋਤ ਤੇ ਹੈ ਹਰ ਖੇਡ ਦੇ ਅੰਦਰ, ਫੁੱਲ ਦੇ ਅੰਦਰ, ਜੀਆਂ ਦੇ ਅੰਦਰ, ਬੁਰੇ ਦੇ ਅੰਦਰ, ਚੰਗੇ ਦੇ ਅੰਦਰ, ਗਰੀਬ ਦੇ ਅੰਦਰ, ਅਮੀਰ ਦੇ ਅੰਦਰ, ਸਭਨਾਂ ਦੇ ਅੰਦਰ ਉਹਨੂੰ ਵੇਖਣਾ ਤੇ ਉਹਨੂੰ ਯਾਦ ਕਰਨਾ। ਬਸ ਉਹਦੀ ਯਾਦ ਆਪਣੇ ਆਪ ਹੀ ਬਣ ਜਾਣੀ ਜਦੋਂ ਤੁਸੀਂ ਵੇਖਣਾ। ਫੁੱਲਾਂ ਦੇ ਅੰਦਰ, ਫਲਾਂ ਦੇ ਅੰਦਰ, ਹਵਾਵਾਂ ਦੇ ਅੰਦਰ, ਤੇ ਉਹ ਜਿਹੜਾ ਰਚਿਆ ਹੈ ਉਹਦੀ ਸੇਵਾ 'ਚ ਉਤਰ ਜਾਣਾ। ਬਸ ਇੰਨੀ ਬਾਤ ਹੈ। ਜੋ ਬਖਸ਼ਦਾ ਹੈ, ਜੇ ਆਪ ਜੀ ਕਿਸੇ ਜੀਅ 'ਚ ਬਹਿ ਕੇ, ਕਿਸੇ ਸਰੀਰ 'ਚ ਬਹਿ ਕੇ ਆਪ ਜੀ ਨਾਲ ਲਾਡ ਕਰਦਾ, ਪ੍ਰੇਮ ਕਰਦਾ, ਤੇ ਤੁਸੀਂ ਬਹੁਤ ਖੁਸ਼ ਹੁੰਦੇ, ਹੈਨਾ, ਘੁੱਟ ਕੇ ਗਲ ਵਕੜੀ ਪਾਉਣੇ। ਤੇ ਜੇ ਉਹ ਕਿਸੇ ਜੀਅ 'ਚ ਬਹਿ ਕੇ ਝਿੜਕਦਾ ਏ, ਨਫ਼ਰਤ ਕਰਦਾ ਏ, ਤੇ ਦਿੱਕਤ ਕੀ ਏ? ਉਹ ਵੀ ਹੱਸ ਕੇ ਝੋਲੀ ਪਵਾ ਲੈਣਾ ਚਾਹੀਦਾ, ਕਿਉਂਕਿ ਕੁਦਰਤ ਬਿਨਾਂ ਵਜ੍ਹਾ ਆਪ ਜੀ ਨੂੰ ਕਦੀ ਕੁਝ ਨਹੀਂ ਦਿੰਦੀ। ਆਪ ਜੀ ਨੂੰ ਕਿਸੇ ਨੇ ਝਿੜਕ ਮਾਰੀ, ਆਪ ਜੀ ਨੂੰ ਨਫ਼ਰਤ ਕੀਤੀ, ਆਪ ਜੀ ਨੂੰ ਪ੍ਰੇਮ ਕੀਤਾ, ਸਭ ਆਪ ਜੀ ਦੀ ਲੋੜ ਹੈ। ਹਰ ਚੀਜ਼ ਆਪ ਜੀ ਭੋਜਨ ਛਕਦੇ ਹੋ, ਕੱਲਾ ਹੀ ਮਿੱਠਾ ਛਕੀ ਜਾਓ, ਲੂਣ ਨਾ ਛਕੋ ਤੇ ਕੁਝ ਅੰਦਰ ਘਟੇਗਾ ਨਾ, ਕੁਝ ਤੱਤ ਘਟ ਜਾਣੇ। ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਆਪ ਜੀ ਦੇ ਜੀਵਨ ਦੀ। ਇਹ ਕਰਕੇ ਹੱਸ ਕੇ ਝੋਲੀ ਪਵਾ ਲੈਣਾ। ਜਦੋਂ ਇਹ ਰੁੱਖ ਜਿਹੜੇ ਨੇ ਫਲ ਦਿੰਦੇ ਨੇ, ਇਹਨਾਂ ਨੂੰ ਵੀ ਹੱਸ ਕੇ ਝੋਲੀ ਪਵਾ ਲੈਣਾ। ਜੇ ਕੋਈ ਮਿੱਠਾ ਬੋਲਦਾ ਏ ਉਹਨੂੰ ਵੀ ਪਵਾ ਲੈਣਾ। ਸਿਰਫ ਇੱਕੋ ਹੀ ਕੰਮ ਹੈ ਵੀ ਇਹਦੇ ਅੰਦਰ ਜੋਤ ਏ, ਜੋ ਵੀ ਇਹ ਕਰਦੀ ਏ ਠੀਕ ਹੈ। ਵਾਪਸ ਜਿਹੜੀ ਮੈਂ ਇਹਦੀ ਸੇਵਾ ਕਰਨੀ ਹੈ, ਤੇ ਸੇਵਾ ਦੇ ਫਿਰ ਬੜੇ ਰੂਪ ਨੇ। ਸੇਵਾ ਦਾ ਇੱਕ ਰੂਪ ਹੈ ਕਿ ਤੁਸੀਂ ਉਸ ਜੀਵ ਵਾਸਤੇ ਅਰਦਾਸ ਕਰਦੇ ਹੋ, ਉਹਦੇ ਨਾਲ ਪ੍ਰੇਮ ਕਰਦੇ ਹੋ।
ਸੇਵਾ ਦਾ ਇਹ ਵੀ ਰੂਪ ਹੈ ਕਿ ਤੁਸੀਂ ਉਹਨੂੰ ਝਿੜਕ ਮਾਰ ਦਿੰਦੇ ਹੋ, ਪਰ ਉਹਦੇ ਭਲੇ ਵਾਸਤੇ, ਉਹਨੂੰ ਨੀਵਾਂ ਕਰਨ ਵਾਸਤੇ ਨਹੀਂ, ਉਹਨੂੰ ਜਲੀਲ ਕਰਨ ਵਾਸਤੇ ਨਹੀਂ। ਸੇਵਾ ਦਾ ਇਹ ਵੀ ਰੂਪ ਹੈ ਕਿ ਤੁਸੀਂ ਸੋਧਾ ਲਾ ਦਿੰਦੇ ਹੋ ਦੂਜੇ ਦਾ, ਜਿਵੇਂ ਮਾਂ ਬੱਚੇ ਦਾ ਲਾ ਦਿੰਦੀ। ਬੱਚਾ ਆਖੇ ਨਾ ਲੱਗੇ ਤੇ ਮਾਂ ਸੋਧਾ ਲਾ ਦਿੰਦੀ ਨਾ, ਪਰ ਮਾਂ ਉਹਨੂੰ ਜਲੀਲ ਕਰਨ ਵਾਸਤੇ ਤੇ ਨਹੀਂ ਲਾਉਂਦੀ, ਮਾਂ ਉਹਨੂੰ ਦੂਜਿਆਂ ਅੱਗੇ ਸ਼ਰਮਿੰਦਾ ਕਰਨ ਵਾਸਤੇ ਤੇ ਨਹੀਂ ਲਾਉਂਦੀ। ਮਾਂ ਬਾਅਦ ਚ ਉਹਨੂੰ ਕੁੱਟ ਕੇ ਸਾਰਿਆਂ ਨੂੰ ਦੱਸਦੀ ਤੇ ਨਹੀਂ ਫਿਰਦੀ ਵੀ ਇਹਨੂੰ ਮੈਂ ਬਹੁਤ ਕੁੱਟਿਆ ਅੱਜ, ਇਹਦੀ ਮੈਂ ਬਹੁਤ ਬੇਇੱਜ਼ਤੀ ਕੀਤੀ। ਜਿਵੇਂ ਮਾਂ ਪਾਕ ਹਿਰਦੇ ਦੇ ਨਾਲ ਸਿਰਫ ਕਿ ਇਹ ਬੱਚਾ ਬੁਰੇ ਕਰਮ ਚੋਂ ਵਰਜ ਜੇ, ਚੰਗੇ 'ਚ ਚਲਿਆ ਜਾਵੇ, ਉਸ ਪ੍ਰੇਮ 'ਚ ਜਿਹੜਾ ਉਹ ਸੋਧਾ ਲਾਉਂਦੀ, ਉਹ ਤੁਸੀਂ ਵੀ ਲਾ ਸਕਦੇ, ਸਿੰਘ ਵੀ ਲਾਉਂਦੇ। ਨਫ਼ਰਤ ਤੇ ਗੁੱਸੇ ਤੋਂ ਨਹੀਂ, ਹੰਕਾਰ ਤੋਂ ਨਹੀਂ, ਉਹ ਵੀ ਸੇਵਾ ਦਾ ਇੱਕ ਰੂਪ ਹੈ। ਸਪੋਜ਼ ਕਰੋ ਆਪ ਜੀ ਦਾ ਕੋਈ ਜੀ ਹੈ, ਆਪ ਜੀ ਨੂੰ ਇੱਕ ਬਾਤ ਸਮਝਾਉਣੀ। ਇੱਥੇ ਗੁਰਸਿੱਖ ਬੈਠੇ ਨੇ, ਇਹ ਇੱਕ ਦਿਨ ਸਾਨੂੰ ਕਹਿ ਰਹੇ ਸੀ ਕਿ ਅਸੀਂ ਕਿਤੇ ਗੋਰਿਆਂ ਦੇ ਸਟੋਰ ਤੇ ਗਏ ਕੁਝ ਖਾਣ ਪੀਣ ਵਾਸਤੇ, ਤੇ ਉਹਨਾਂ ਨੇ ਸਾਡੇ ਨਾਲ ਬਹੁਤ ਰੂਡ ਬਿਹੇਵ ਕੀਤਾ। ਤੇ ਇਹ ਕਈ ਵਾਰ ਕਰਦੇ ਨੇ ਰੂਡ ਬਿਹੇਵ, ਤੇ ਕਹਿੰਦੇ ਫਿਰ ਅਸੀਂ ਵੀ ਉੱਥੇ ਥੋੜਾ ਜਿਹਾ ਪੈਰਾ ਲਾਇਆ ਵੀ ਨਹੀਂ, ਅਸੀਂ ਫਸਟ ਇੱਥੇ ਆਏ ਆ ਤੇ ਫਸਟ ਕੰਮ ਫਸਟ ਸਰਵ ਆ, ਤੇ ਸਾਨੂੰ ਤੁਸੀਂ ਸਾਡੀ ਸਰਵਿਸ ਦਿਓ, ਅਸੀਂ ਨਹੀਂ ਜਾਣਾ। ਫਿਰ ਅਸੀਂ ਮੈਨੇਜਰ ਨੂੰ ਬੁਲਾਇਆ, ਮੈਨੇਜਰ ਜਿਹੜਾ ਹੈ ਉਹਨੇ ਫਿਰ ਸੌਰੀ ਫੀਲ ਕੀਤੀ, ਉਹਨੇ ਫਿਰ ਸਾਨੂੰ ਮੀਲ ਫ੍ਰੀ ਦਿੱਤੀ। ਤੇ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਕਰ ਕੀ ਰਹੇ ਹੋ। ਇਹ ਪਿਆਰੇ ਨੇ ਖੇਡ ਰਚੀ ਹੈ, ਮਾਇਆ ਹੈ ਸਾਰੀ ਉਹਦੀ, ਤੇ ਖੇਡ ਦੇ ਵਿੱਚ ਉਹ ਜਿੰਨਿਆਂ ਜੀਆਂ 'ਚ ਵਿਚਰਦਾ ਹੈ ਨਾ, ਉਹਦੇ 'ਚ ਉਹਨੇ ਬੇਅੰਤ ਦੇ ਵਿੱਚ ਜਿਹੜਾ ਹੈ ਨਾ ਉਹ ਅਗਨ ਵਰਤਾਉਣ ਦਾ ਸਾਧਨ ਬਣਾਇਆ। ਸਭ ਕੋਈ ਇੱਕ ਦੂਜੇ ਨੂੰ ਅੱਗ ਵਰਤਾ ਰਿਹਾ ਹੈ, ਕੋਈ ਨਫ਼ਰਤ, ਕੋਈ ਹੰਕਾਰ, ਕੋਈ ਦਬਾ ਰਿਹਾ ਹੈ, ਕੋਈ ਮਤਲਬ ਪ੍ਰਸਤੀ ਕਰ ਰਿਹਾ, ਕੋਈ ਕਿਸੇ ਨੂੰ ਗੁਲਾਮ ਬਣਾ ਰਿਹਾ, ਸਭ ਕੁਝ ਏਦਾਂ ਹੀ ਚੱਲ ਰਿਹਾ। ਤੇ ਜਿਹੜੇ ਗੁਰੂ ਦੇ ਸਿੱਖਾਂ ਨੇ, ਨਾਨਕ ਦੇ ਪਿਆਰਿਆਂ ਨੇ ਸ਼ੀਤਲਤਾ ਵਰਤਾਉਣੀ ਹੀ, ਠੰਡ ਵਰਤਾਉਣੀ ਹੀ, ਉਹ ਕਿੱਥੇ ਨੇ? ਜੇ ਤੁਸੀਂ ਵੀ ਉਦਾਂ ਹੀ ਰਲ ਗਏ ਤੇ ਫਿਰ ਤੁਹਾਡੇ ਤੇ ਅੱਗ ਵਰਤਾਉਣ ਵਾਲਿਆਂ 'ਚ ਫਰਕ ਕੀ ਹੋਏਗਾ? ਜੇ ਤੁਹਾਨੂੰ ਉਹ ਅੱਗ ਵੇਖ ਕੇ ਤੇ ਤੁਹਾਡੇ ਅੰਦਰੋਂ ਕੂਕ ਹੀ ਨਾ ਪੈਦਾ ਹੋਈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਨਾਨਕ ਦੁਖੀਆ ਸਭ ਸੰਸਾਰ, ਇਹ ਕੂਕ ਆਪ ਜੀ ਦੇ ਅੰਦਰੋਂ ਪ੍ਰਗਟ ਹੀ ਨਾ ਹੋਈਆਂ ਨਾਨਕ ਦੀਆਂ ਉੱਚੀਆਂ ਬਾਤਾਂ, ਤੇ ਫਿਰ ਇਹਦਾ ਮਤਲਬ ਇਹ ਨਾਨਕ ਦੀ ਸੰਗਤ ਨਹੀਂ ਕੀਤੀ, ਉਸ ਪਿਆਰੇ ਕੋਲ ਬੈਠੇ ਨਹੀਂ, ਉਹ ਪਿਆਰੇ ਨੂੰ ਗੁਰੂ ਨਹੀਂ ਬਣਾਇਆ ਜੀ। ਤੇ ਸ਼ੀਤਲਤਾ ਵਰਤਾਉਣੀ। ਫਿਰ ਇਹਨਾਂ ਨੂੰ ਅਸੀਂ ਇੱਕ ਬਾਤ ਸਮਝਾਈ ਹੈ ਕਿ ਇੱਕ ਵਾਰ ਨਾ ਇੰਡੀਆ ਡਾਕਟਰ ਕੋ ਚਲੇ ਗਏ। ਜਿਹੜਾ ਇਹ ਡਾਕਟਰ ਥੋੜਾ ਪੜ੍ਹਿਆ ਲਿਖਿਆ ਵਾਲਾ ਤਬਕਾ ਹੈ ਨਾ, ਇਹਨਾਂ ਨੂੰ ਲੱਗਦਾ ਜਿਹੜਾ ਬੰਦੇ ਨੇ ਬਾਣਾ ਪਾ ਲਿਆ ਨਾ, ਇਹ ਗਵਾਰ ਜਿਹਾ ਬੰਦਾ ਹੈ, ਅਨਪੜ੍ਹ ਆ ਗਿਆ ਪਤਾ ਨਹੀਂ ਕਿੱਥੋਂ। ਉਹਦੀ ਵਜ੍ਹਾ ਹੈ ਕਿ ਅਸੀਂ ਸਤਿਗੁਰੂ ਦੇ ਬਾਣੇ ਨੂੰ ਉਹਨਾਂ ਸਤਿਕਾਰ ਦਿੱਤਾ ਨਹੀਂ, ਜਿੰਨਾ ਪਾਇਆ ਉਹਨਾਂ ਵੀ ਨਹੀਂ ਦਿੱਤਾ, ਤੇ ਜਿਨ੍ਹਾਂ ਨੇ ਨਹੀਂ ਪਾਇਆ ਉਹਨਾਂ ਨੇ ਵੀ ਨਹੀਂ ਦਿੱਤਾ। ਅਸੀਂ ਉਹਦੇ ਕੋਲ ਚਲੇ ਗਏ, ਸਾਨੂੰ ਕਹਿਣ ਲੱਗਾ, ਅਸੀਂ ਉਹਨੂੰ ਪੁੱਛਿਆ, ਕੋਈ ਮਾਤਾ ਹੀ ਜਿਹਨੂੰ ਨਾਲ ਲੈ ਕੇ ਗਏ, ਉਹਦੇ ਇੱਕ ਪੰਜਾਬੀ 'ਚ ਤੇ ਉਹਨੂੰ ਜਨੇਊ ਕਹਿੰਦੇ ਆ, ਉਹ ਇੱਥੇ ਨਿਕਲ ਆਉਂਦਾ ਜਾਂ ਇੱਕ ਸਾਈਡ ਲੱਕ ਤੇ ਨਿਕਲ ਆਉਂਦੇ, ਅੰਦਰਲੇ ਬੰਨੇ ਉਹ ਹੁੰਦੀਆਂ ਨੇ। ਹੁਣ ਸਾਨੂੰ ਉਹਦਾ ਇੰਗਲਿਸ਼ ਦਾ ਨਾਂ ਭੁੱਲ ਗਿਆ, ਉਹਦੇ ਤੇ ਰਿਸਰਚ ਤੇ ਹੀ ਸਾਰੀ ਕੀਤੀ। ਉਹਦਾ ਇੰਗਲਿਸ਼ ਦਾ ਨਾਂ ਕੀ ਹੁੰਦਾ ਕਿਹਨੂੰ ਪਤਾ? ਭੈਣ ਤੁਹਾਨੂੰ? ਸ਼ਿੰਗਲਸ ਹੁੰਦੇ ਹਨ। ਤੇ ਅਸੀਂ ਡਾਕਟਰ ਨੂੰ ਸਿਰਫ ਇੰਨਾ ਪੁੱਛਿਆ ਵੀ ਇਹ ਕਿਉਂ ਹੁੰਦੇ ਨੇ। ਸਾਨੂੰ ਪਿੰਦਰ ਲੈਂਦਾ, ਕਹਿੰਦਾ ਕਿ ਤੈਨੂੰ ਸਮਝਾਉਣ ਲੱਗਿਆ ਨਾ 1-2 ਮਹੀਨੇ ਲੱਗ ਜਾਣੇ ਮੈਨੂੰ। ਅਸੀਂ ਉਹਦੀ ਬਾਤ ਸੁਣੀ ਤੇ ਅਸੀਂ 7 ਵਚਨ ਕਹਿ ਕੇ ਚੁੱਪ ਕਰਕੇ ਬਹਿ ਗਏ। ਸਾਨੂੰ ਲੱਗਾ ਕਿ ਵਿਚਾਰਾ ਆਪਣੇ ਹੰਕਾਰ ਦੇ ਕਿਸੇ ਖੇਡ 'ਚ ਮਾਰਿਆ ਹੈ। ਸਾਡੇ ਹਿਰਦੇ 'ਚ ਸਾਨੂੰ ਜੇ ਉਦੋਂ ਯਾਦ ਕਰੀਏ ਤੇ ਸਾਡੇ ਹਿਰਦੇ ਦੇ ਵਿੱਚ ਜਿਹੜਾ ਉਹਦੇ ਵਾਸਤੇ ਇੱਕ ਪ੍ਰੇਮ ਤੇ ਇੱਕ ਦਇਆ ਦਾ ਰੰਗ ਬਣਿਆ। ਤੇ ਚੁੱਪ ਕਰਕੇ ਜੋਦੜੀ ਕੀਤੀ ਤੇ ਬਹਿ ਗਏ ਵੀ ਸਤਿਗੁਰੂ ਚੱਲ।
ਵੀ ਇਹਨੂੰ ਭੋਲੇ ਨੂੰ ਪਤਾ ਨਹੀਂ ਹੈ ਕਿ ਜੇ ਤੂੰ ਨਹੀਂ ਦੱਸੇਂਗਾ ਤੇ ਕੋਈ ਹੋਰ ਦੱਸ ਦੂ, ਕੁਦਰਤ ਨੇ ਤੇ ਸਾਨੂੰ ਦੱਸ ਹੀ ਦੇਣਾ ਹੈ ਨਾ। ਪਰ ਜਿਹੜਾ ਇਹ ਸ਼ਾਇਦ ਇਹਦੇ ਵਾਸਤੇ ਅਰਦਾਸ ਹੀ ਕਰਨੀ ਬਣਦੀ, ਕਿਉਂਕਿ ਸੁਣਨ ਵਾਲਾ ਤੇ ਹੈ ਨਹੀਂ। ਬਾਅਦ ਦੇ ਵਿੱਚ ਕੀ ਹੋਇਆ ਕਿ ਉਹ ਅੰਦਰ ਚਲਿਆ ਗਿਆ ਮਾਤਾ ਨੂੰ ਲੈ ਕੇ। ਉਹਨੂੰ ਲੱਗਾ ਮੈਂ ਬਹੁਤ ਰੂਡ ਬਿਹੇਵ ਕਰਕੇ ਆਇਆ। ਫਿਰ ਉਹਨੇ ਸਾਨੂੰ ਫਿਰ ਬੁਲਾਇਆ, ਫਿਰ ਬੜੇ ਪ੍ਰੇਮ ਨਾਲ ਦੱਸਣ ਲੱਗ ਪਿਆ। ਤੇ ਜਦੋਂ ਦੱਸਣ ਲੱਗਾ ਤੇ ਫਿਰ ਇਹਨੂੰ ਦੱਸਿਆ ਕਿ ਨਹੀਂ, ਇਹ ਸਾਨੂੰ ਸਾਰਾ ਹੀ ਪਤਾ ਹੈ, ਇਹ ਕਿਵੇਂ ਹੁੰਦਾ, ਇਹ ਕੀ ਇਹਦਾ ਸਿਸਟਮ ਹੈ, ਸਾਰਾ ਪਤਾ ਹੈ। ਅਸੀਂ ਤੇ ਸਿਰਫ ਤੈਨੂੰ ਪ੍ਰੀਵੈਂਸ਼ਨ ਪੁੱਛਦੇ ਹਾਂ ਕਿ ਇਹਦਾ ਪਰਹੇਜ਼ ਕੀ ਹੈ ਕਿ ਗਾਂ ਤੋਂ ਨਾ ਹੋਵੇ। ਇਹਦਾ ਕੋਈ ਪਰਹੇਜ਼ ਹੈ, ਕਿਹੜੀ ਚੀਜ਼ ਹੈ ਜਿਹਦੇ ਤੋਂ ਬੰਦਾ ਪਰਹੇਜ਼ ਕਰੇ, ਜਾਂ ਕੋਈ ਲਾਈਫ ਸਟਾਈਲ ਦਾ ਹੋਵੇ ਕੁਝ ਇੱਦਾਂ ਦਾ ਜਿਹੜਾ ਹੋਵੇ ਨਾ। ਅਸੀਂ ਤੇ ਇਹ ਪੁੱਛਦੇ ਹਾਂ, ਬਾਕੀ ਸਾਨੂੰ ਪਤਾ ਹੈ। ਜਦੋਂ ਅਸੀਂ ਕੁਝ ਇੰਗਲਿਸ਼ ਦੇ ਟਰਮਸ ਯੂਜ਼ ਕੀਤੀਆਂ, ਕੁਝ ਸ਼ਬਦ ਯੂਜ਼ ਕੀਤੇ, ਤੇ ਉਹਨੂੰ ਲੱਗਾ ਵੀ ਇਹ ਬੰਦੇ ਨੂੰ ਤੇ ਸਾਰਾ ਕੁਝ ਪਤਾ ਹੈ ਤੇ ਪੜ੍ਹਿਆ ਲਿਖਿਆ। ਉਹ ਹੋਰ ਵਿਚਾਰਾ ਹੋਇਆ। ਤੇ ਸਾਡੀ ਸੇਵਾ ਕੀ ਹੀ? ਉਹਨੂੰ ਕੋਈ ਰੰਗ ਬਖਸ਼ਣਾ, ਉਹਦੇ ਹਿਰਦੇ ਨੂੰ ਬਦਲਣਾ, ਉਹਦੇ ਅੰਦਰੋਂ ਹੰਕਾਰ ਦੀ ਬਾਤ ਨੂੰ ਕੱਢ ਕੇ ਕੋਈ ਪ੍ਰੇਮ ਦੀ ਬਾਤ, ਨਿਮਰਤਾ ਦੀ ਬਾਤ ਉਹਦੇ ਅੰਦਰ ਪਾਉਣੀ। ਇਹੋ ਹੀ ਸੇਵਾ ਹੈ। ਤੇ ਇਹ ਤੇ ਚੁੱਪ ਕੀਤਿਆਂ ਵੀ ਹੋ ਗਈ। ਜੇ ਲੜ ਕੇ ਉਹਨੂੰ ਜਵਾਬ ਦਿੰਦੇ ਤੇ ਕਦੀ ਹੋਣੀ ਹੀ? ਕਦੀ ਨਹੀਂ ਹੋਣੀ। ਇੱਕੋ ਹੀ ਚੀਜ਼ ਹੈ ਕਿ ਜਿੱਦਾਂ ਦਾ ਮਨੁੱਖ ਆਪ ਜੀ ਨੂੰ ਅੱਗੇ ਮਿਲਦਾ, ਤੁਸੀਂ ਸਿਰਫ ਸੇਵਾ 'ਚ ਹਾਜ਼ਰ ਹੋਵੋ ਆਪਣੇ ਪਿਆਰੇ ਨਾਨਕ ਦੀ ਜੋਤ ਸਮਝ ਕੇ। ਬਸ ਇਹ ਗੁਰਸਿੱਖਾਂ ਦਾ ਜੀਵਨ ਹੈ। ਫਿਰ ਸੁੱਖ ਦੁੱਖ ਦੀਆਂ ਬਾਤਾਂ ਬੜੀ ਉਰੇ ਰਹਿ ਜਾਂਦੀਆਂ ਕਿ ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਇਹ ਸਭ ਫਜ਼ੂਲ ਬਾਤਾਂ ਨੇ। ਉਸ ਦਿਨ ਤੁਸੀਂ ਇੰਨੇ ਖੁੱਲ੍ਹ ਦਿਲੇ ਹੋ ਜਾਂਦੇ ਆ ਕਿ ਕੋਈ ਬਿਮਾਰੀ ਵੀ ਆਵੇ ਨਾ ਕਿਸੇ ਪਰਿਵਾਰ ਦੇ ਜੀਵਨ ਤੇ ਤੁਸੀਂ ਹੱਸ ਕੇ ਝੋਲੀ ਪਵਾ ਲੈਂਦੇ ਕਿ ਮੇਰੇ ਪਿਆਰੇ ਨੇ ਕੋਈ ਰੰਗ ਹੀ ਬਖਸ਼ਿਆ ਹੋਣਾ, ਇਹਦੇ ਪਿੱਛੇ ਕੁਝ ਹੋਏਗਾ। ਉਹ ਕੁਝ ਖੇਡਣ ਡਿਆ ਏ, ਕੋਈ ਨਹੀਂ, ਜੋ ਬਣਦਾ ਸਰਦਾ ਇਲਾਜ ਏ, ਜੋ ਓੜ ਏ ਉਹ ਮੈਂ ਕਰਨੇ ਨੇ, ਤੇ ਬਾਕੀ ਉਹ ਪਿਆਰੇ ਨੇ ਆਪੇ ਖੇਡ ਵਰਤਾ ਦੇਣੀ। ਫਿਰ ਆਪ ਜੀ ਨੂੰ ਜ਼ਿੰਦਗੀ 'ਚ ਕਦੀ ਦੁੱਖ ਨਹੀਂ ਆਏਗਾ, ਦੁੱਖ ਪ੍ਰਤੀਤ ਹੀ ਨਹੀਂ ਹੋਏਗਾ। ਇੱਕ ਸਦਾ ਆਨੰਦ ਦੀ ਖੇਡ ਬਣੀ ਰਹੇਗੀ। ਤੇ ਨਹੀਂ ਤੇ ਕੀ ਹੋਏਗਾ ਕਿ ਨਿੱਕੀਆਂ ਗੱਲਾਂ ਤੋਂ ਮਨ ਪਰੇਸ਼ਾਨ ਹੋਏਗਾ। ਮੰਗੋਗੇ, ਕਦੀ ਭੱਜੋਗੇ ਪੰਡਤਾਂ ਦੇ ਕੋਲ, ਕਦੀ ਬਾਬਿਆਂ ਦੇ ਕੋਲ, ਕਦੀ ਕਿਸੇ ਦੇ ਕੋਲ, ਕਦੀ ਕਿਸੇ ਦੇ ਕੋਲ। ਫਿਰ ਆਪ ਜੀ ਨੂੰ ਕਦੀ ਇਹ ਪਤਾ ਨਹੀਂ ਲੱਗਣ ਲੱਗਾ ਕਿ ਉਹ ਜਿਹੜਾ ਦੀਨ ਦੁਨੀ ਦਾ ਮਾਲਕ ਹੈ ਉਹ ਆਪ ਜੀ ਦੇ ਅੰਦਰ ਹੀ ਹੈ, ਕਿਤੇ ਦੌੜਨ ਦੀ ਜ਼ਰੂਰਤ ਨਹੀਂ। ਸਾਧੂਆਂ ਕੋ ਜਾਈਦਾ, ਗੁਰਸਿੱਖਾਂ ਕੋ ਜਾਈਦਾ ਸਿਰਫ ਆਪਣੇ ਪਿਆਰੇ ਦੀ ਮਹਿਮਾ ਸੁਣਨਾ, ਆਪਣੇ ਪਿਆਰੇ ਦੇ ਰੰਗ ਸੁਣਨਾ, ਸੇਵਾ ਕਿਵੇਂ ਕਰਨੀ ਹੈ, ਪ੍ਰੇਮ ਕਿਵੇਂ ਕਰਨਾ ਹੈ, ਇਹ ਗੁਣ ਕਿਵੇਂ ਪ੍ਰਗਟ ਹੋਣ, ਉਹਦੀ ਸੰਗਤ ਕਰਨ ਜਾਈਦਾ ਹੈ ਕਿ ਖੌਰੇ ਮੇਰੇ ਅੰਦਰੋਂ ਵੀ ਉਹ ਗੁਣ ਪ੍ਰਗਟ ਹੋ ਜਾਏ। ਤੇ ਸਿੰਪਲ ਜੀ ਬਾਤ ਹੈ, ਬੜਾ ਲੰਬਾ ਚੌੜਾ ਕਾਰਜ ਨਹੀਂ ਹੈ। ਬਸ ਉਹਨੂੰ ਯਾਦ ਕਰਦੇ ਰਹਿਣਾ ਤੇ ਉਹਦੀ ਸੇਵਾ 'ਚ ਉਤਰੇ ਰਹਿਣਾ। ਜਦੋਂ ਤੁਸੀਂ ਪ੍ਰੇਮ 'ਚ ਉਤਰੋਗੇ, ਸਾਡੇ ਕੋਲ ਕਈ ਵਾਰ ਨਾ ਪਤੀ ਪਤਨੀ ਦਾ ਝਗੜਾ ਆ ਜਾਂਦਾ, ਤੁਸੀਂ ਵੇਖਣ ਦੇ ਹੁੰਨੇ ਨਿੱਕੀਆਂ ਗੱਲਾਂ ਤੋਂ ਝਗੜਦੇ। ਪਹਿਲਾਂ ਕਿਸੇ ਗੱਲ ਤੋਂ, ਆਰਗੂਮੈਂਟ ਤੋਂ ਰੁੱਸ ਜਾਂਦੇ, ਫਿਰ ਉਹ ਮੈਨੂੰ ਪਹਿਲਾਂ ਬੁਲਾਵੇ, ਮੈਂ ਨਹੀਂ ਬੁਲਾਉਣਾ। ਇਸੇ ਗੱਲੋਂ ਕਈ ਦਿਨ ਇੱਕ ਦੂਜੇ ਨਾਲ ਬੋਲਦੇ ਹੀ ਨਹੀਂ। ਤੁਸੀਂ ਕਈ ਵਾਰ ਸੋਚੀ ਪੈਂਦੇ ਆ ਕਿ ਇਹਦੀ ਜ਼ਰੂਰਤ ਹੈ। ਠੀਕ ਹੈ, ਇੱਕ ਸੰਸਾਰੀ ਜੀ ਹੋ, ਅਜੇ ਕ੍ਰੋਧ ਨੂੰ ਜਿੱਤਿਆ ਨਹੀਂ ਹੈ, ਅਜੇ ਉੱਥੇ ਪਹੁੰਚੇ ਨਹੀਂ ਹੋ। ਕ੍ਰੋਧ ਹੋ ਗਿਆ, ਕੋਈ ਇੱਧਰ ਉੱਧਰ ਅਬਲ ਤੇ ਹੋਣਾ ਨਹੀਂ ਚਾਹੀਦਾ, ਪਰ ਜੇ ਮੰਨ ਲਓ ਹੋ ਗਿਆ, ਤੇ ਜਦੋਂ ਅਹਿਸਾਸ ਹੁੰਦਾ ਕਿ ਗੜਬੜ ਹੋਈ ਹੈ, ਭਾਵੇਂ ਕਿ ਅਗਲੇ ਨੇ ਵੀ ਗਲਤੀ ਕੀਤੀ ਹੈ, ਆਪ ਮਾਫੀ ਮੰਗ ਲਓ। ਅਗਲੇ ਨੇ ਜੋ ਗਲਤੀ ਕੀਤੀ ਉਹ ਆਪਣਾ ਵਿਚਾਰੇ, ਉਹਨੇ ਕਦੋਂ ਮੰਗਣੀ ਹੈ, ਨਹੀਂ ਮੰਗਣੀ, ਕੀ ਕਰਨਾ, ਉਹ ਗਲਤ ਜਾਣਾ, ਸਹੀ ਜਾਣਾ, ਇਹਦੇ 'ਚ ਕੀ ਦਿੱਕਤ ਹੈ? ਪ੍ਰੇਮ ਕਰੋ। ਇਹ ਜ਼ਿੰਦਗੀ ਜਿਹੜੀ ਹੈ ਨਾ, ਇਹ ਦੁਬਾਰਾ ਨਹੀਂ ਮਿਲਦੀ, ਇਹ ਪਲ ਗੁਜ਼ਰਦੇ ਜਾਂਦੇ।
ਇਹ ਇੰਨੀ ਜਿਹੜੀ ਇਹ ਕਹਿ ਲਓ ਕਿ ਯੂਜ਼ਲੈਸ ਨਹੀਂ ਹੈ ਕਿ ਤੁਸੀਂ ਨਿੱਕੀਆਂ ਝਗੜਾਂ ਨਿੱਕੀਆਂ ਚ ਇਹਨੂੰ ਬਰਬਾਦ ਕਰੋ। ਫਿਰ ਪਿਆਰੇ ਨੂੰ ਖੋਜੋਗੇ ਕਦੋਂ? ਤਗੜੇ ਹੋ ਕੇ ਰੱਜ ਕੇ ਜੀਓ, ਉਹ ਹਰ ਸਮੇਂ ਨਾਲ। ਤੇ ਤੁਸੀਂ ਆਪਣੀਆਂ ਮੰਗਾਂ ਨੂੰ ਜਿਹੜਾ ਆਪ ਕਰਤਾ ਬਣਦੇ ਉਹਨੂੰ ਛੱਡ ਦਿਓ। ਬਸ ਤੁਸੀਂ ਕੁਝ ਵੀ ਮੰਗੋਗੇ ਉਹਦੇ ਆਪੋਜ਼ਿਟ ਦੁੱਖ ਬਣਨਾ ਹੀ ਬਣਨਾ। ਭਗਤ ਕਬੀਰ ਨੇ ਬੜਾ ਸੋਹਣਾ ਉਹ ਬਾਤ ਕਹੀ ਸੀ ਕਿ ਸੁੱਖ ਮੰਗਤ ਦੁੱਖ ਆਗੇ ਆਵੇ, ਤੇ ਇਹ ਸੁੱਖ ਹਮਹੂ ਨਾ ਮੰਗਿਆ ਪਾਵੇ। ਕਿ ਜਿਹਨੂੰ ਮੈਂ ਸੁੱਖ ਕਰਕੇ ਮੰਗਦਾ ਏ, ਜਿਹੜਾ ਉਹਦੇ ਆਪੋਜ਼ਿਟ ਏ ਉਹ ਦੁੱਖ ਬਣ ਜਾਂਦਾ ਤੇ ਉਹ ਮੇਰੇ ਅੱਗੇ ਆ ਜਾਂਦਾ। ਮੈਂ ਛਾਂ ਮੰਗੀ ਏ, ਧੁੱਪ ਦੁੱਖ ਬਣੇਗਾ ਤੇ ਧੁੱਪ ਵੀ ਆਏਗੀ। ਜੇ ਛਾਂ ਆਏਗੀ ਤੇ ਧੁੱਪ ਵੀ ਆਏਗੀ, ਦਿਨ ਆਏਗਾ ਤੇ ਰਾਤ ਵੀ ਆਏਗੀ। ਤੇ ਮੈਂ ਜਦੋਂ ਸੁੱਖ ਮੰਗਦਾ ਏ ਨਾਲ ਦੁੱਖ ਵੀ ਆਉਂਦਾ, ਤੇ ਇਹ ਸੁੱਖ ਹੁਣ ਮੈਨੂੰ ਮੰਗਿਆ ਜਿਹੜਾ ਉਹ ਚੰਗਾ ਹੀ ਨਹੀਂ ਲੱਗਦਾ। ਮੈਨੂੰ ਇਹ ਮੰਗਣਾ ਹੀ ਨਹੀਂ ਚੰਗਾ ਲੱਗਦਾ। ਬਿਲਕੁਲ ਖੁੱਲ੍ਹ ਦਿਲੀ ਚ ਰਹੋ। ਦੇਖੋ ਪਿਆਰਾ ਕੀ ਕਰਦਾ ਹੈ, ਹਰ ਸਮੇਂ ਆਪ ਜੀ ਨਾਲ ਕੁਝ ਨਾ ਕੁਝ ਕਰਦਾ ਹੁੰਦਾ। ਇੰਡੀਆ ਇੱਕ ਧੀ ਰਾਣੀ ਹੈ, ਉਹ ਕਾਫੀ ਸਮੇਂ ਦੀ ਬਾਤ ਹੈ, ਇਹਨੂੰ ਸਮਝਾ ਕੇ ਆਏ ਕਿ ਕੁਦਰਤ ਤੇਰੇ ਨਾਲ ਕਿਸੇ ਵੀ ਚੀਜ਼ ਉਹ ਵਿਵਹਾਰ ਕਰਦੀ ਏ ਜੋ ਤੇਰੀ ਲੋੜ ਹੋਵੇ। ਉਹਦੀ ਸਿਰਜਣਾ ਦਾ ਢੰਗ ਏ। ਜਿਸ ਦਿਨ ਤੇਰੀ ਲੋੜ ਨਾ ਹੋਈ, ਉਸ ਦਿਨ ਤੇਰੀ ਸੇਵਾ ਹੋਣੀ ਹੈ। ਦੋ ਹੀ ਕਾਰਨ ਨੇ ਕੁਦਰਤ ਦੇ ਆਪ ਜੀ ਨਾਲ ਖੇਡ ਕਰਨ ਦੇ। ਮੰਨ ਲਓ ਕਿਸੇ ਜੀ ਨੇ ਆਪ ਜੀ ਦੇ ਲਾਗੇ ਆ ਕੇ ਆਪ ਜੀ ਨੂੰ ਕੁਝ ਬੁਰਾ ਕਿਹਾ, ਉਹ ਆਪ ਜੀ ਦੀ ਲੋੜ ਹੋਏਗੀ। ਕਿਤੇ ਨਾ ਕਿਤੇ ਕੁਦਰਤ ਆਪ ਜੀ ਦੇ ਹੰਕਾਰ ਨੂੰ ਛੇੜਦੀ ਹੋਏਗੀ। ਕਿਤੇ ਨਾ ਕਿਤੇ ਤੁਹਾਨੂੰ ਅਹਿਸਾਸ ਕਰਾਉਂਦੀ ਹੋਏਗੀ ਕਿ ਆਹ ਤੇਰਾ ਕਰਮ ਠੀਕ ਨਹੀਂ ਹੈਗਾ। ਆਪ ਜੀ ਨੂੰ ਸਿਰਜਦੀ ਹੋਏਗੀ, ਆਪ ਜੀ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਹੋਏਗੀ। ਤੇ ਜੇ ਤੁਸੀਂ ਵੇਖਿਆ ਨਾ ਕਿ ਪਿਆਰਾ ਮੇਰੀ ਸਿਰਜਣਾ 'ਚ ਉਹ ਜਿਹੜਾ ਰਚਨਹਾਰ ਏ ਉਹ ਮੈਨੂੰ ਬਣਾ ਰਿਹਾ ਏ, ਸੋਹਣਾ ਬਣਾ ਰਿਹਾ ਏ, ਆਪਣੇ ਵਰਗਾ ਜਿੱਦਾਂ ਦਾ ਉਹ ਆਪ ਏ ਉਦਾਂ ਦਾ ਬਣਾਉਣ ਦੀ ਕੋਸ਼ਿਸ਼ 'ਚ, ਤੇ ਤੁਸੀਂ ਵਿੱਚ ਆਪਣੀ ਮੱਤ ਨਾ ਲਾਈ। ਤੁਸੀਂ ਸਿਰਫ ਸਮਝਿਆ ਕਿ ਪਿਆਰਾ ਕਿਉਂ ਕਰ ਰਿਹਾ ਏ ਤਾਂ, ਤੇ ਆਪ ਜੀ ਹੈਰਾਨ ਹੋਈ ਜਾਣਾ। ਆਪ ਜੀ ਦੇ ਅੰਦਰੋਂ ਔਗਣ ਮੁੱਕਦੇ ਜਾਣੇ ਤੇ ਗੁਣ ਪ੍ਰਗਟ ਹੁੰਦੇ ਜਾਣੇ। ਤੇ ਜਿਹੜਾ ਅੱਜ ਕਿਸੇ ਦਾ ਬੁਰਾ ਬੋਲਿਆ, ਅੱਜ ਪੀੜਾ ਦਿੰਦਾ ਏ ਇੱਥੇ, ਕੱਲ ਨੂੰ ਨਹੀਂ ਦੇਣਾ। ਤੇ ਜੇ ਉਹ ਆਪ ਜੀ ਦੀ ਲੋੜ ਨਾ ਹੋਵੇ ਤੇ ਫਿਰ ਉਹ ਜਿਹੜਾ ਹੈ ਉਹ ਆਪ ਜੀ ਦੀ ਸੇਵਾ ਹੁੰਦਾ। ਜਦੋਂ ਇੱਕ ਵਾਰ ਸਾਡੇ ਤੇ ਉਹ ਕੇਸ ਜਿਹਾ ਪਿਆ ਦੇਸ਼ ਧਰੋਈ ਵਾਲਾ, ਤੇ ਅਸੀਂ ਪੁਲਿਸ ਵਾਲੇ ਇੰਟਰਵਿਊ ਲੈਂਦੇ ਸੀ, SSP ਕਾਫੀ ਆਫੀਸਰ ਸੀ ਜਿਹੜੇ ਬੈਠੇ ਸੀ 4-5 ਜਾਣੇ। ਤੇ ਕੋਈ ਗੱਲ ਹੋਈ ਤੇ ਅਸੀਂ ਹੱਸ ਕੇ ਉਹਨਾਂ ਨੂੰ ਇਹੋ ਹੀ ਸਮਝਾਉਣ ਲਈ ਕਿ ਤੁਹਾਨੂੰ ਲੱਗਦਾ ਏ ਕਿ ਤੁਸੀਂ ਸਾਨੂੰ ਫੜ ਕੇ ਲੈ ਕੇ ਆਏ, ਪਰ ਸਾਨੂੰ ਲੱਗਦਾ ਏ ਮੇਰਾ ਨਾਨਕ ਜਿਹੜਾ ਏ ਉਹ ਕੋਈ ਆਪ ਜੀ ਤੇ ਤੁੱਠਾ ਏ, ਸਾਨੂੰ ਉਹਨੇ ਕੋਈ ਸੇਵਾ ਬਖਸ਼ੀ ਹੋਣੀ ਤਾਂ ਤੁਸੀਂ ਇੱਥੇ ਮਿਲੇ। ਸਾਨੂੰ ਆ ਕੇ ਸਾਨੂੰ ਤੁਸੀਂ ਅਰੈਸਟ ਕਰ ਹੀ ਨਹੀਂ ਸਕਦੇ। ਉਹਦੀ ਮੌਜ ਤੋਂ ਬਿਨਾਂ, ਉਹਦੀ ਖੇਡ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਇਹ ਜ਼ਰੂਰ ਕੋਈ ਸਾਡੀ ਸੇਵਾ ਹੋਏਗੀ, ਤੁਹਾਡੀ ਕੋਈ ਲੋੜ ਹੋਏਗੀ, ਜਿਹੜਾ ਉਹ ਸਤਿਗੁਰੂ ਇਹ ਖੇਡ ਬਣਾਈ। ਤੁਸੀਂ ਸੋਚਦੇ ਤੁਸੀਂ ਸਾਨੂੰ ਲੈ ਕੇ ਆਏ, ਸਾਨੂੰ ਲੱਗਦਾ ਉਹ ਤੁਹਾਨੂੰ ਲੈ ਕੇ ਆਇਆ। ਸਾਨੂੰ ਪੁੱਛਣ ਲੱਗ ਕੀ ਸੇਵਾ ਹੋਏਗੀ। ਅਸੀਂ ਉਹਨਾਂ ਨੂੰ ਇੱਕ ਸਿੰਪਲ ਜੀ ਬਾਤ ਕਹੀ ਕਿ ਜਿਵੇਂ ਇਹਨਾਂ ਗੱਦੀਆਂ ਤੇ ਬਹਿ ਕੇ, ਸੀਟਾਂ ਪੋਜੀਸ਼ਨਸ ਤੇ ਬਹਿ ਕੇ ਨਾ ਹੰਕਾਰ ਬਹੁਤ ਵੱਧ ਜਾਂਦਾ। ਮਾਂ ਨੂੰ ਮਾਂ ਦੀ ਤਰ੍ਹਾਂ ਡੀਲ ਨਹੀਂ ਕਰਦਾ ਬੰਦਾ। ਮਾਂ ਤੋਂ ਵੀ ਜੀ ਕਹਾਉਣ ਦਾ ਜਿਹੜਾ ਹੈ ਉਹਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ, ਇੰਨਾ ਬੁਰਾ ਹੋ ਜਾਂਦਾ। ਤੇ ਫਿਰ ਅਜਿਹੇ ਹੰਕਾਰ ਨੂੰ ਤੋੜਨ ਵਾਸਤੇ, ਅਜਿਹੇ ਹੰਕਾਰ ਨੂੰ ਸਮਝਣ ਵਾਸਤੇ ਸਤਿਗੁਰੂ ਏਦਾਂ ਦੀਆਂ ਖੇਡਾਂ ਰਚਦੇ ਹੁੰਦੇ। ਇਹ ਸਭ ਉਹਦੀ ਰਚਨਾ ਹੈ। ਕੁਝ ਆਪ ਜੀ ਨਾਲ ਬੁਰਾ ਨਹੀਂ ਹੋ ਰਿਹਾ। ਜਿਵੇਂ ਸਤਿਗੁਰੂ ਕਹਿੰਦੇ ਨੇ ਨਾ ਕਿ ਇੱਥੇ ਕੁਝ ਵੀ ਬੁਰਾ ਨਹੀਂ ਹੈ, ਸਭ ਭਲਾ ਹੀ ਹੈ ਰੇ। ਸਭ ਕੁਝ ਭਲਾ ਹੀ ਭਲਾ ਹੈ, ਚੰਗਾ ਹੀ ਹੈ, ਬੁਰਾ ਨਹੀਂ। ਤੇ ਉਹ ਧੀ ਰਾਣੀ ਨੂੰ ਇਹੋ ਬਾਤ ਸਮਝਾਉਣੇ ਹੀ ਕਿ ਤੂੰ ਕੁਦਰਤ ਦਾ ਇੱਕ ਪੱਖ ਤੋਂ ਮੋੜ ਵੀ ਦੇਂਗੀ ਨਾ ਕਿ ਨਹੀਂ ਆਹ ਬੰਦਾ ਮੇਰੇ ਨਾਲ ਮਾੜਾ ਵਿਵਹਾਰ ਕਰਦਾ,
ਪ੍ਰੋਬਲਮ ਕੀ ਹੈ ਕਿ ਪੀੜਾ ਤੇਰੇ ਅੰਦਰ ਹੈ, ਤੇਰੇ ਅੰਦਰ ਹੰਕਾਰ ਹੈ, ਤੇਰੇ ਅੰਦਰ ਕੁਝ ਮੰਗ ਹੈ ਜਿਹੜੀ ਉਹ ਸੁਣਨਾ ਨਹੀਂ ਚਾਹੁੰਦੀ ਕਿਸੇ ਬਾਤ ਨੂੰ। ਕਿਉਂਕਿ ਤੂੰ ਇੱਕ ਪਾਸੇ ਮੰਨਿਆ ਹੈ ਕਿ ਇਦਾਂ ਦੇ ਮਿੱਠਾ ਬਿਹੇਵੀਅਰ, ਇਦਾਂ ਦਾ ਚੰਗਾ ਜਿਹੜਾ ਹੈ ਉਹ ਮਿੱਠੇ ਬੋਲ, ਚੰਗਾ ਬਿਹੇਵੀਅਰ ਮੇਰੇ ਨਾਲ ਕੋਈ ਕਰੇ, ਤੇ ਫਿਰ ਉਹਦੇ ਆਪੋਜ਼ਿਟ ਕੀ ਹੋਇਆ, ਉਹ ਤੁਹਾਡਾ ਦੁੱਖ ਬਣ ਗਿਆ ਆਪਣੇ ਆਪ ਹੀ। ਹੁਣ ਤੁਸੀਂ ਉਹ ਚਾਹੁੰਦੇ ਹੋ ਕਿ ਆਹ ਨਹੀਂ ਮੇਰੇ ਨਾਲ ਕਰੇ ਕੋਈ, ਇਹ ਹੁਣ ਤੁਹਾਡੀ ਪ੍ਰੋਬਲਮ ਹੈ, ਤੁਸੀਂ ਮੰਨਿਆ ਹੈ। ਤੇ ਅਸੀਂ ਉਹਨੂੰ ਕਈ ਵਾਰ ਸਮਝਾਇਆ ਕਿ ਤੂੰ ਸਾਰੀ ਦੁਨੀਆ ਨੂੰ ਪਾਸੇ ਕਰ ਦੇ, ਮੰਨ ਲਾ ਸਾਰੀ ਦੁਨੀਆ ਗਾਇਬ ਹੋ ਜੇ, ਕੋਈ ਬੰਦਾ ਨਾ ਬਚੇ, ਕੋਈ ਜੀ ਨਾ ਬਚੇ, ਤੂੰ ਤਾਂ ਵੀ ਦੁਖੀ ਹੋ ਜਾਣਾ, ਤੂੰ ਰੁੱਖਾਂ ਤੋਂ ਦੁਖੀ ਹੋ ਜਾਣਾ, ਤੂੰ ਪੰਛੀਆਂ ਦੇ ਚਹਿਕਣ ਤੋਂ ਵੀ ਹੋ ਜਾਣਾ ਕਿ ਸਵੇਰ ਤੋਂ ਸ਼ਾਮਾਂ ਤੱਕ ਰੌਲਾ ਪਾਈ ਜਾਂਦੇ, ਕੋਈ ਉੱਪਰੋਂ ਦੀ ਕੋਈ ਪੰਛੀ ਲੰਘਿਆ ਤੇਰੇ ਤੇ ਵੇਟ ਕਰ ਗਿਆ ਤਾਂ ਦੁਖੀ ਹੋ ਜਾਣਾ, ਕਿਉਂਕਿ ਤੇਰੇ ਅੰਦਰ ਇਹ ਉਹ ਮੰਨਿਆ ਹੋਇਆ। ਤੂੰ ਆਪਣੇ ਆਪ ਤੋਂ ਵੀ ਹੋ ਸਕਦਾ, ਇਦਾਂ ਦਾ ਸਮਾਂ ਵੀ ਆ ਸਕਦਾ ਤੂੰ ਆਪਣੇ ਆਪ ਤੋਂ ਵੀ ਹੋ ਸਕਦਾ, ਕਿਉਂਕਿ ਆਪ ਜੀ ਦੇ ਅੰਦਰ ਹੈ, ਬਾਹਰ ਨਹੀਂ ਹੈ। ਤੇ ਕੁਦਰਤ ਨੂੰ ਸਮਝਾਉਣ ਦੇ, ਸਮਝਣ ਦਿਓ। ਦੇਖੋ ਪਿਆਰੇ ਦੀ ਖੇਡ ਕੀ, ਹਰ ਖੇਡ ਹਰ ਛਿਣ ਵੇਖੋ ਪਿਆਰਾ ਕੀ ਖੇਡਣ ਡਿਆ ਆਪ ਜੀ ਨੇ। ਉਹਦੇ ਕੋਈ ਮਾਤਾ ਜਿਹੜੀ ਘਰ ਹੈ, ਜਾਂ ਸੱਸ ਲਾ ਲਓ, ਜਾਂ ਕੋਈ ਰਿਸ਼ਤੇ ਨਾਤੇ ਚੋਂ ਲਾ ਲਓ, ਉਹਨੇ ਉਹਦੇ ਨਾਲ ਰੂਡ ਬਿਹੇਵ ਕਰਨਾ, ਉਹਨੇ ਕੋਸ਼ਿਸ਼ ਕਰਦੀ ਰਹਿਣਾ। ਸਾਡੀ ਗੱਲ ਅੱਜ ਤੋਂ 4-5 ਸਾਲ ਪਹਿਲਾਂ ਕਹੀ, ਉਹਨੂੰ ਸਮਝ ਨਾ ਆਈ ਉਦੋਂ, ਉਹਨੇ ਦੁਖੀ ਹੁੰਦੀ ਰਹਿਣਾ, ਅੰਦਰੇ ਅੰਦਰ ਝੁਰਦੀ ਰਹਿਣਾ। ਪਰ ਇੱਕ ਕਮਾਈ ਉਹ ਕਰਦੀ ਸੀ ਕਿ ਉਹਨੂੰ ਇਹ ਕਿਹਾ ਸੀ ਕਿ ਤੂੰ ਕੋਸ਼ਿਸ਼ ਕਰਨੀ ਕਿ ਤੂੰ ਆਪਣੇ ਵਾਲੇ ਪੱਖੋਂ ਪਾਕ ਕੰਮ ਕਰਨਾ, ਬਸ ਤੂੰ ਉਹ ਕਰਨਾ ਜੋ ਤੂੰ ਚਾਹੁੰਦੀ ਹੈ, ਬਸ ਜੋ ਤੇਰੇ ਵਾਸਤੇ ਕੋਈ ਕਰੇ, ਜਿਹੜਾ ਤੈਨੂੰ ਸਹੀ ਲੱਗਦਾ ਉਹ ਕਰਨਾ। ਉਹ ਕਰਦੀ ਰਹੀ, ਪਰ ਦੁੱਖ ਤੇ ਸੀ, ਪੀੜਾ ਤੇ ਸੀ ਅੰਦਰ, ਤੇ ਹੰਕਾਰ ਪੀੜਾ ਨੂੰ ਬਣਾਉਂਦਾ ਸੀ। ਇੱਕ ਦਿਨ ਕੀ ਹੋਇਆ ਕਿ ਉਹ ਜਿਹੜੀ ਮਾਤਾ ਏ, ਉਹਦਾ ਫੋਕਸ ਕਿਤੇ ਹੋਰ ਚਲਿਆ ਗਿਆ, ਕੋਈ ਹੋਰ ਘਟਨਾ ਪਰਿਵਾਰ 'ਚ ਘਟ ਗਈ, ਉਹਦਾ ਹਫ਼ਤੇ ਵਾਸਤੇ ਫੋਕਸ ਕੋਈ ਹੋਰ ਘਟ ਗਿਆ, ਤੇ ਉਹ ਆਪਣੀ ਨੂੰਹ ਨਾਲ ਉਹ ਵਿਵਹਾਰ ਕਰਨਾ ਬੰਦ ਕਰ ਗਈ, ਕਿਉਂਕਿ ਫੋਕਸ ਬਦਲ ਗਿਆ, ਪ੍ਰਾਇੋਰਟੀਜ਼ ਬਦਲ ਗਈਆਂ ਧਿਆਨ ਦੀਆਂ। ਤੇ ਉਹਨੇ ਵੇਖਿਆ ਜਿਹੜੀ ਘਰ ਕੰਮ ਵਾਲੀ ਏ ਉਹਦਾ ਵਿਵਹਾਰ ਮਾੜਾ ਹੋ ਗਿਆ, ਤੇ ਜਿਸ ਦਿਨ ਉਹ ਸੱਸ ਦਾ ਫੋਕਸ ਫੇਰ ਵਾਪਸ ਆਇਆ ਉਹਦੇ ਤੇ, ਤੇ ਉਹ ਦਿਨ ਕੰਮ ਵਾਲੀ ਫੇਰ ਬਿਲਕੁਲ ਠੀਕ ਹੋ ਗਈ। ਤੇ ਕੰਮ ਵਾਲੀ ਤੋਂ ਆਸ ਵੀ ਨਹੀਂ ਸੀ, ਉਹ ਬਹੁਤ ਲਾਡ ਕਰਦੀ ਸੀ ਉਹਦੇ ਨਾਲ। ਤੇ ਉਹ ਦਿਨ ਉਹ ਬੈਠੀ ਹੱਸੇ ਤੇ ਸੋਚੇ ਵੀ ਮੈਨੂੰ ਕਹਿ ਕੇ ਗਏ ਸੀ ਵੀ ਇੰਨਾ ਚਿਰ ਪਹਿਲਾਂ, ਵੀ 3 ਸਾਲ ਪਹਿਲਾਂ ਕਿਹਾ ਸੀ ਕਿ ਕੁਦਰਤ ਜਿਹੜਾ ਏ ਉਹ ਜਿੰਨੀ ਦੇਰ ਤੱਕ ਤੇਰੇ ਅੰਦਰੋਂ ਉਹ ਗੜ ਨਹੀਂ ਟੁੱਟਦਾ, ਤੇਰੀ ਉਹ ਮਾਨਤਾ ਨਹੀਂ ਟੁੱਟਦੀ, ਕੁਦਰਤ ਨੇ ਤੁਹਾਡੇ ਨਾਲ ਉਹ ਕਰੀ ਜਾਣਾ, ਬਾਰ-ਬਾਰ ਕਰੀ ਜਾਣਾ, ਜਿੰਨੀ ਦੇਰ ਤੱਕ ਤੁਸੀਂ ਪਾਰ ਨਹੀਂ ਕਰ ਜਾਂਦੇ। ਆ ਕਈ ਵੇਖਿਆ ਵਿਆਹ ਕਰਾਉਂਦੇ ਦੁਖੀ ਹੋ ਜਾਂਦੇ, ਅਸੀਂ ਕਈਆਂ ਨੂੰ ਜਾਣਦੇ ਏਦਾਂ ਦਿਆਂ ਨੂੰ ਜਿਨ੍ਹਾਂ ਦੇ 2-2 ਵਿਆਹ ਨੇ, 3-3 ਵਿਆਹ ਨੇ। ਪਹਿਲੇ ਵਿਆਹ ਤੇ ਕੀ ਹੀ, ਉਹ ਗਾਲਾਂ ਕੱਢਦੇ ਸੀ, ਪਤਨੀ ਨੂੰ ਕੁੱਟਦੇ ਮਾਰਦੇ, ਤਲਾਕ ਹੋ ਗਿਆ, ਉਹਨੂੰ ਲੱਗਾ ਇਤੋਂ ਸੁੱਖ ਨਹੀਂ ਮਿਲਿਆ, ਦੂਜਾ ਕਰਾ ਲਿਆ। ਦੂਜੇ ਤੇ ਉਹ ਕੁੱਟਣੋਂ ਮਾਰਨੋਂ ਹਟ ਗਏ, ਪਰ ਗਾਲਾਂ ਕੱਢਣੋਂ ਨਾ ਹਟੇ, ਆਪਣਾ ਹੰਕਾਰ ਜਿਹੜਾ ਇਹ ਸ਼ਬਦਾਂ 'ਚ ਕਰਨੋਂ ਨਾ ਹਟੇ, ਉੱਥੇ ਵੀ ਤਲਾਕ ਹੋ ਗਿਆ। ਹੁਣ ਉਹ ਤੀਜੇ 'ਚ ਸੁਖੀ ਨੇ, ਕਈ ਵਾਰ ਤੀਜੇ 'ਚ ਸੁਖੀ ਹੋ ਜਾਂਦੇ। ਕਿਉਂ? ਕੁਝ ਤਿਆਗਿਆ ਏ, ਕੁਝ ਬਦਲਿਆ ਏ, ਕੁਝ ਸਮਝਿਆ ਏ। ਹੁਣ ਉਹ ਕੁੱਟਣਾ ਛੱਡਤਾ, ਮੰਦੀਆਂ ਗਾਲਾਂ ਕੱਢਣੀਆਂ ਛੱਡਤੀਆਂ। ਪਰ ਹੋ ਸਕਦਾ ਉਹਨਾਂ ਭੋਲਿਆਂ ਨੂੰ ਲੱਗਦਾ ਹੋਵੇ ਕਿ ਪਹਿਲੀ ਪਤਨੀ ਤੋਂ ਸੁੱਖ ਨਹੀਂ ਮਿਲਿਆ, ਆ ਤੀਜੀ ਤੋਂ ਮਿਲਿਆ। ਪਰ ਉਹਨਾਂ ਨੂੰ ਕੌਣ ਸਮਝਾਵੇ, ਇਹੋ ਵਿਵਹਾਰ ਪਹਿਲੀ ਨਾ ਕਰਦੇ ਤੇ ਪਹਿਲੀ ਤੋਂ ਵੀ ਮਿਲ ਜਾਣਾ। ਆਪਣੇ ਅੰਦਰ ਕਸੂਰ ਏ, ਤਲਾਕ ਦੀ ਜ਼ਰੂਰਤ ਹੀ ਨਹੀਂ। ਸੱਚ ਬਾਤ ਇਹ ਹੈ ਕਿ ਸਾਨੂੰ ਅਜੇ ਪ੍ਰੇਮ ਕਰਨਾ ਨਹੀਂ ਆਇਆ। ਪ੍ਰੇਮ ਜਿਹੜਾ ਹੈ ਉਹ ਸਾਡੇ ਅੰਦਰੋਂ ਪ੍ਰਗਟ ਨਹੀਂ ਹੋਇਆ। ਜਿਵੇਂ ਫੁੱਲ ਚੋਂ ਖੁਸ਼ਬੂ ਪ੍ਰਗਟ ਹੋ ਜਾਂਦੀ, ਉਦਾਂ ਪ੍ਰੇਮ ਨਹੀਂ ਪ੍ਰਗਟ ਹੋਇਆ। ਜੇ ਦਿਨ ਪ੍ਰੇਮ ਪ੍ਰਗਟ ਹੋ ਜੇ ਨਾ, ਫਿਰ ਉਹ ਕਮਾਲ ਦਾ ਰੰਗ ਵਰਤਾਉਂਦਾ ਹੈ। ਅਸੀਂ ਕਹਿੰਦੇ ਆ ਕਿ ਲੈ ਫਲਾਣੇ ਵਾਸਤੇ ਹੀ ਇੰਨਾ ਕੀਤਾ, ਉਹ ਤੇ ਬਦਲਿਆ ਨਹੀਂ। ਪਤੀ ਕਹਿਣ ਲਈ ਪਤੀ ਕਹਿੰਦਾ ਹੈ, ਪਤਨੀ ਕਹਿੰਦੀ ਹੈ ਪਤੀ ਨਹੀਂ ਬਦਲਿਆ, ਪਤੀ ਕਹਿੰਦਾ ਹੈ ਪਤਨੀ ਨਹੀਂ ਬਦਲੀ, ਮੈਂ ਤੇ ਬੜਾ ਪ੍ਰੇਮ ਕੀਤਾ। ਪਰ ਉਹਨੂੰ ਕੌਣ ਸਮਝਾਵੇ ਕਿ ਤੂੰ ਸਿਰਫ ਕੀਤਾ ਏ, ਤੇਰੇ ਕੋਲ ਹੋਇਆ ਨਹੀਂ।
ਤੇਰੇ ਹਿਰਦੇ ਚੋਂ ਨਹੀਂ ਪ੍ਰਗਟ ਹੋਇਆ। ਜਿਹੜਾ ਤੂੰ ਕੀਤਾ ਹੈ ਉਹਦੇ ਬਿਹਾਈਂਡ ਕੋਈ ਰੀਜ਼ਨ ਰੱਖਿਆ ਹੋਏਗਾ, ਕੋਈ ਸੌਦੇਬਾਜ਼ੀ ਰੱਖੀ ਹੋਏਗੀ ਕਿ ਜੇ ਮੈਂ ਆਹ ਕੰਮ ਕਰਾਂਗਾ, ਐਦਾਂ ਕੇਅਰ ਕਰਾਂਗਾ ਤੇ ਇਹਦੇ ਬਦਲੇ 'ਚ ਮੈਨੂੰ ਆਹ ਮਿਲੇਗਾ। ਤੇ ਪ੍ਰੇਮ ਤੇ ਨਿਰਲੇਪ ਹੁੰਦਾ, ਤੇ ਨਿਰਲੇਪ ਪ੍ਰੇਮ ਜਿਹੜਾ ਹੈ ਉਹ ਦੂਜੇ ਦੇ ਹਿਰਦੇ ਨੂੰ ਬਦਲ ਦਿੰਦਾ। ਉਹ ਰਾਖਸ਼ ਕਠੋਰ ਹਿਰਦੇ ਨੂੰ ਵੀ ਬਦਲ ਦਿੰਦਾ। ਸੌਦੇਬਾਜ਼ੀ ਨਹੀਂ ਬਦਲਦੀ, ਕਦੀ ਨਹੀਂ ਬਦਲਦੀ। ਕਦੀ ਤੁਸੀਂ ਵੇਖਿਆ ਮੰਗਤੇ ਨੂੰ ਪੈਸੇ ਦੇਣ ਲੱਗਿਆ ਜਿਹੜਾ ਇਹ ਕੋਈ ਮੰਗੀ ਜਾਵੇ ਤੇ ਤੁਸੀਂ ਖਿੱਚਦੇ ਹੋ, ਤੇ ਕਈ ਵਾਰ ਬੋਧੀ ਭਿਕਸ਼ੂ ਜਾਂ ਸਾਧੂ ਹੁੰਦੇ ਉਹਨਾਂ ਨੂੰ ਆਪ ਦੌੜ ਦੌੜ ਕੇ ਦਿੰਦੇ, ਕਿਉਂਕਿ ਉਹ ਮੰਗਦੇ ਨਹੀਂ, ਉਹ ਤੁਹਾਡੇ ਤੇ ਕੰਡੀਸ਼ਨ ਨਹੀਂ ਰੱਖਦੇ, ਕੋਈ ਸੌਦੇਬਾਜ਼ੀ ਨਹੀਂ ਕਰਦੇ। ਉਹ ਬਸ ਮਸਤ ਆਪਣੇ ਰੰਗ 'ਚ ਚੱਲੇ ਨੇ, ਉਹਨਾਂ ਨੂੰ ਲੋੜ ਵੀ ਨਹੀਂ ਹੁੰਦੀ। ਸਗੋਂ ਤੁਸੀਂ ਦੇ ਕੇ ਉਹਨਾਂ ਨੂੰ ਤੰਗ ਕਰਦੇ ਹੋ, ਪਰੇਸ਼ਾਨ ਕਰਦੇ। ਕਿਸੇ ਸਾਧੂ ਨੂੰ ਲੋੜ ਨਹੀਂ ਹੁੰਦੀ ਮਾਇਆ ਦੀ ਆਪ ਜੀ ਦੀ। ਹਰ ਸਾਧੂ ਜਿਹੜਾ ਹੈ, ਜਿਹੜਾ ਸੱਚਾ ਹੋਏਗਾ, ਉਹ ਚਾਹੇਗਾ ਕਿ ਤੁਸੀਂ ਆਪਣੀ ਮਾਇਆ ਖੁਦ ਲੋੜਵੰਦਾਂ ਨੂੰ ਦਿਓ, ਆਪਣੇ ਹੱਥੀਂ ਦਿਓ। ਜਦੋਂ ਤੁਸੀਂ ਉਹਨੂੰ ਦਿੰਦੇ ਹੋ ਉਹਨੂੰ ਉਲਟਾ ਤੰਗ ਕਰਦੇ। ਪਰ ਇਹ ਵੱਖਰੀ ਗੱਲ ਏ ਕਿ ਉਹ ਤੰਗ ਹੁੰਦਾ ਨਹੀਂ, ਉਹ ਉਹਨੂੰ ਸੋਚਦਾ ਏ ਕਿ ਚੱਲ ਪਰਮਾਤਮਾ ਦੀ ਖੇਡ ਏ, ਜੇ ਇਹ ਹੱਥ ਦੇ ਰਿਹਾ ਏ ਤੇ ਇਹ ਹੱਥ ਲੈਣ ਵਾਲਾ ਵੀ ਕੋਈ ਆਉਂਦਾ ਹੋਣਾ। ਇਹ ਸਭ ਉਹਦੀ ਖੇਡ ਏ, ਉਹਨੇ ਇੱਕ ਲੀਲਾ ਰਚੀ ਏ। ਉਹ ਹਰ ਗੱਲ ਨੂੰ ਖੇਡ ਸਮਝਦਾ ਉਹਦੀ, ਕਿ ਜੇ ਇਸ ਰੂਪ 'ਚ ਦੇਣ ਆਇਆ ਏ ਤੇ ਕਿਸੇ ਰੂਪ 'ਚ ਲੈਣ ਵੀ ਆਉਂਦਾ ਹੋਣਾ, ਤੇ ਜਿੰਨਾ ਚਿਰ ਲੈਣ ਆਉਂਦਾ ਮੈਂ ਸੰਭਾਲ ਕੇ ਰੱਖਦਾ। ਮੇਰੀ ਜ਼ਿੰਮੇਵਾਰੀ ਏ, ਸ਼ਾਇਦ ਇਹੋ ਮੇਰੀ ਸੇਵਾ ਬਖਸ਼ਣ ਦਾ ਉਹਨੂੰ ਢੰਗ ਏ। ਤਗੜੇ ਹੋ ਕੇ ਜੀਵਨ ਨੂੰ ਜੀਓ, ਰੰਗ ਮਾਣੋ। ਇਹ ਚੀਜ਼ਾਂ ਨੂੰ ਜਿੰਨੀ ਛੇਤੀ ਧਾਰਨ ਕਰ ਲੋਗੇ, ਆ ਹੁਣੇ ਧਾਰਨ ਕਰ ਲਓ ਇੱਥੇ ਬੈਠੇ ਬੈਠੇ, ਤੇ ਗਰੰਟੀ ਇਹੀ ਦਿੰਨੇ ਆ ਕਿ ਅੱਜ ਤੋਂ ਬਾਅਦ ਆਪ ਜੀ ਦੀ ਜ਼ਿੰਦਗੀ 'ਚ ਦੁੱਖ ਜਿਹੜਾ ਏ ਉਹ ਤੁਹਾਨੂੰ ਪੋਏਗਾ ਨਹੀਂ। ਆਏਗਾ ਤੇ ਜ਼ਰੂਰ, ਉਹ ਤੇ ਖੇਡ ਏ ਸੰਸਾਰ ਦੀ। ਜੰਮਣਾ ਆਉਣਾ ਏ, ਮਰਨਾ ਵੀ ਆਉਣਾ ਏ, ਧੁੱਪ ਆਉਣੀ ਏ, ਛਾਂ ਵੀ ਆਉਣੀ ਏ, ਸਾਰਾ ਕੁਝ ਹੀ ਆਉਣਾ ਏ। ਪਰ ਆਪ ਜੀ ਨੂੰ ਦੁੱਖ ਦੁਖੀ ਨਹੀਂ ਕਰ ਪਾਏਗਾ, ਚਿੰਤਾ ਚਿੰਤਤ ਨਹੀਂ ਕਰ ਪਾਏਗਾ, ਮਹਾ ਆਨੰਦ 'ਚ ਰਹੋਗੇ। ਇੰਨੇ ਰੰਗ 'ਚ ਜੀਵਨ ਨੂੰ ਜੀਓਗੇ। ਅਸਲ 'ਚ ਜੀਵਨ ਸਮਝੀ ਉਦਣ ਹੁੰਦਾ। ਬਸ ਇੰਨਾ ਹੀ ਕਰਨਾ ਹੈ ਕਿ ਹਰ ਜੀ ਦੇ ਵਿੱਚ, ਹਰ ਪੱਤੇ ਦੇ ਵਿੱਚ, ਹਰ ਫੁੱਲ ਵਿੱਚ, ਹਰ ਖੁਸ਼ਬੂ ਵਿੱਚ, ਹਰ ਹਵਾ ਦੇ ਵਿੱਚ ਉਹਦੀ ਜੋਤ ਨੂੰ ਵੇਖਣਾ ਤੇ ਬਸ ਉਹਦੀ ਸੇਵਾ ਕਰਨੀ। ਇੰਨਾ ਹੀ ਕਾਰਜ ਹੈ ਬਸ। ਮਾਰੀਏ ਚਾਲੇ ਫਿਰ ਅਸੀਂ ਐ ਪ੍ਰੀਤੇ ਚੱਲੀਏ ਬੁੱਧੀ ਤੇ ਗੁਰੂ ਪਿਤਾ ਦੀ ਬਾਣੀ ਦੇ ਨਾਲ ਰੰਗ ਮਾਣਿਆ ਕਰ। ਸ਼ੁਰੂਆਤ ਤੇ ਸ਼ਬਦ ਤੋਂ ਹੀ ਹੋਣੀ। ਪੁਰਾਣੀਆਂ ਰਿਸ਼ੀਆਂ ਮੁਨੀਆਂ ਦੀ ਸਾਖੀਆਂ ਦੇ ਵਿੱਚ ਨਾ ਇੱਕ ਰੱਬ ਦਾ ਬੜਾ ਆਸ਼ਕ ਹੋਇਆ ਏ, ਰਾਮ ਦਾ ਖਾਸ ਕਰਕੇ, ਜਿਹਨੂੰ ਹਨੂਮਾਨ ਕਹਿੰਦੇ। ਤੇ ਇੱਕ ਸਾਖੀ ਆਉਂਦੀ ਏ ਕਿ ਉਹ ਆਪਣੀ ਛਾਤੀ ਪਾੜ ਕੇ ਵਿਖਾਉਂਦਾ ਏ ਤੇ ਉਹਦੇ ਹਿਰਦੇ 'ਚ ਵੀ ਜਿਹੜਾ ਏ ਉਹ ਰਾਮ ਹੁੰਦਾ। ਉਹ ਇੱਕ ਸਿੰਬੋਲਿਕ ਸਟੋਰੀ ਏ, ਸਿੰਬੋਲਿਕ ਸਾਖੀ ਏ, ਪ੍ਰਤੀਕ ਏ। ਫਿਰ ਉਹ ਕਹਿੰਦੇ ਉਹਦਾ ਕੋਈ ਪਿਤਾ ਨਹੀਂ ਸੀ, ਉਹ ਪਵਨ ਤੋਂ ਪੈਦਾ ਹੋਇਆ। ਉਹਦੀ ਜਿਹੜੀ ਮਾਂ ਸੀ ਅੰਜਨੀ, ਉਹਨੂੰ ਸ਼ਰਾਪ ਮਿਲਿਆ ਸੀ ਕਿ ਤੂੰ ਕੁਵਾਰੀ ਮਾਂ ਬਣੇਗੀ। ਲੰਬੀ ਚੌੜੀ ਸਾਖੀ ਏ। ਉਹ ਥੱਲੇ ਮਿੱਟੀ 'ਚ ਟੋਆ ਪੁੱਟ ਕੇ ਉਹਦੇ 'ਚ ਬਹਿ ਗਈ। ਥੋੜੀ ਜਿਹੀ ਉਹਨੇ ਮੋਰੀ ਰੱਖੀ ਹਵਾ ਵਾਸਤੇ, ਤੇ ਵਿਸ਼ਨੂੰ ਨੇ ਉਸ ਮੋਰੀ ਰਾਹੀਂ ਉਹਦੇ ਕੰਨ 'ਚ ਜਿਹੜੀ ਏ ਉਹ ਹਵਾ ਹੀ ਭੇਜੀ, ਤੇ ਉਹਦੇ ਤੋਂ ਉਹਦਾ ਗਰਭ ਜਿਹੜਾ ਏ ਉਹਨੇ ਧਾਰਨ ਕੀਤਾ ਤੇ ਹਨੂਮਾਨ ਪੈਦਾ ਹੋਇਆ। ਇਹ ਕਰਕੇ ਉਹਨੂੰ ਪਵਨ ਪੁੱਤਰ ਵੀ ਕਹਿੰਦੇ ਆ। ਸਾਖੀ ਬਹੁਤ ਸੋਹਣੀ ਏ, ਪਰ ਜੇ ਬਾਹਰ ਲੱਭੋਗੇ ਕਿ ਪੂਛ ਵਾਲਾ ਹਨੂਮਾਨ ਕਿੱਥੇ ਹੈ, ਫਿਰ ਔਖਾ ਹੋ ਜਾਣਾ ਕੰਮ। ਪਰ ਜੇ ਅਸਲੀ ਖੇਡ ਨੂੰ ਸਮਝੋਗੇ, ਜੋ ਰਿਸ਼ੀ ਮੁਨੀ ਕਹਿਣਾ ਚਾਹੁੰਦੇ ਨੇ ਤੁਹਾਨੂੰ, ਫਿਰ ਬਹੁਤ ਪਿਆਰੀ ਬਾਤ ਹੈ। ਸ਼ਬਦ ਕੀ ਏ? ਹਵਾ ਹੀ ਤੇ ਹੈ, ਪਵਨ ਹੀ ਤੇ ਹੈ। ਤੇ ਸ਼ਬਦ ਕਿੱਥੇ ਜਾਂਦਾ ਏ? ਕੰਨ 'ਚ ਜਾਂਦਾ ਏ। ਜਦੋਂ ਸਤਿਗੁਰੂ ਦਾ ਸ਼ਬਦ ਆਪ ਜੀ ਦੇ ਕੰਨ 'ਚ ਪਏਗਾ, ਹਵਾ ਹੋਏਗੀ, ਤੇ ਫਿਰ ਤੁਸੀਂ ਪਵਨ ਪੁੱਤਰ ਬਣਦੇ ਉਸ ਪਿਆਰੇ ਦੇ।
ਫਿਰ ਅਵਸਥਾ ਆਉਂਦੀ ਹੈ ਕਿ ਆਪ ਜੀ ਦੇ ਰੋਮ ਰੋਮ ਚ ਰਾਮ ਹੈ। ਆਪ ਜੀ ਦਾ ਸੀਨਾ ਚਾਕ ਕਰਕੇ ਵੀ ਕੋਈ ਦੇਖੇ ਤੇ ਉੱਥੇ ਵੀ ਰਾਮ ਹੋਏਗਾ, ਇੰਨਾ ਇਸ਼ਕ ਲੱਗੇਗਾ। ਬਹੁਤ ਪਿਆਰੀ ਬਾਤ ਹੈ। ਫਿਰ ਉਹ ਕੁਵਾਰੀ ਮਾਂ ਦੇ ਹੀ ਘਰ ਪੈਦਾ ਹੁੰਦਾ ਹੈ। ਆਪ ਜੀ ਜਪਜੀ ਸਾਹਿਬ ਪੜ੍ਹਦੇ ਹੋ ਨਾ, ਤੇ ਜਿੱਥੇ ਮੁੰਦਾ ਸੰਤੋਖ ਸਰਮਪਤ ਝੋਲੀ, ਉੱਥੇ ਕਾਇਆ ਦਾ ਇੱਕ ਜ਼ਿਕਰ ਆਉਂਦਾ। ਕਿੱਦਾਂ ਦੀ ਚਾਹੀਦੀ ਹੈ? ਕਹਿੰਦੇ ਕੁਵਾਰੀ ਚਾਹੀਦੀ ਹੈ। ਕੀ ਸ਼ਬਦ ਨੇ? ਕੁਵਾਰੀ ਕਾਇਆ ਜੁਗਤ, ਕਾਇਆ ਕੁਵਾਰੀ ਚਾਹੀਦੀ ਹੈ। ਵਾਸ਼ਨਾ ਨਾਲ ਗਰਸੇ ਹੋਏ ਹਿਰਦੇ ਦੇ ਨਾਲ ਫਜ਼ੂਲ ਇੱਧਰੋਂ ਉੱਧਰੋਂ ਸੋਚਾਂ ਸੋਚਦੇ ਹਿਰਦੇ ਦੇ ਅੰਦਰ ਪੈਦਾ ਨਹੀਂ ਹੋਏਗਾ। ਉਹ ਪੈਦਾ ਹੁੰਦਾ ਏ ਜਦੋਂ ਕੁਵਾਰਾ ਹੁੰਦਾ ਹੈ, ਜਦੋਂ ਵਾਸ਼ਨਾ ਤੋਂ ਰਹਿਤ ਹੁੰਦੇ, ਜਦੋਂ ਇੱਧਰ ਉੱਧਰ ਦੀਆਂ ਫਜ਼ੂਲ ਸੋਚਾਂ ਰੁਕ ਜਾਂਦੀਆਂ। ਇਹ ਕਰਦਿਆਂ ਕਰਦਿਆਂ ਹੋਏਗਾ। ਰੋਜ਼ ਸਿਮਰਨ ਕਰੋਗੇ, ਰੋਜ਼ ਪਿਆਰੇ ਨੂੰ ਗਾਓਗੇ, ਰੋਜ਼ ਉਹਦੇ ਕੋ ਬਾਓਗੇ, ਤੇ ਇੱਕ ਦਿਨ ਆਉਣਾ ਏ, ਕਿਸੇ ਇੱਕ ਘੜੀ ਛਣ ਆਉਣਾ ਏ ਕਿ ਜਦੋਂ ਤੁਸੀਂ ਬਿਲਕੁਲ ਆਪਣੀਆਂ ਸੋਚਾਂ ਤੋਂ ਮੁਕਤ ਹੋਣਾ, ਸਿਰਫ ਉਹਦੀ ਪ੍ਰੇਮ ਤੇ ਯਾਦ ਬਣੀ ਹੋਣੀ। ਉਸ ਸਮੇਂ ਜਿਹੜਾ ਏ ਉਹ ਖੇਡ ਪਾਣਾ ਜਿਹੜਾ ਏ ਉਹ ਵਾਪਰਨਾ ਏ, ਖੇਡ ਵਾਪਰਨੀ ਏ। ਇਹ ਕਰਨਾ ਪੈਣਾ ਪਰ ਆਪ ਜੀ, ਤੇ ਉਹ ਸਮੇਂ ਨੂੰ ਡੀਕਣਾ ਪੈਣਾ ਕਿ ਕਦੋਂ ਹੋਵੇ। ਤੇ ਇਸ ਪਿਆਰੇ ਨਾਲ ਬਸ ਲੱਗੇ ਰਿਹਾ ਕਰੋ। ਵੇਖੋ, ਇੱਕ ਸਿੰਪਲ ਜੀ ਬਾਤ ਏ, ਬੜੀ ਵਾਰਾਂ ਸੰਗਤ ਨੂੰ ਦੱਸੀ ਦੀ ਏ। ਗੁਣ ਨੇ ਨਾ, ਗੁਣ ਕੀਤੇ ਜਾਂਦੇ ਨੇ ਸਿਰਫ ਅਭਿਆਸ ਖਾਤਰ, ਪਰ ਗੁਣ ਆਪ ਜੀ ਤੋਂ ਅੰਦਰੋਂ ਪ੍ਰਗਟ ਹੁੰਦੇ ਕੀਤੇ ਨਹੀਂ ਜਾਂਦੇ। ਕਰਨਾ ਸਿਰਫ ਅਭਿਆਸ ਹੈ ਕਿ ਮੇਰੇ ਅੰਦਰੋਂ ਪ੍ਰਗਟ ਹੋ ਜਾਣ। ਪਿਆਰ ਹੈ ਨਾ, ਪਿਆਰ ਕਰਨ ਦਾ ਅਭਿਆਸ ਕੀਤਾ ਜਾਂਦਾ ਹੈ ਕਿ ਮੇਰੇ ਅੰਦਰੋਂ ਇੱਕ ਦਿਨ ਆਵੇ, ਪ੍ਰੇਮ ਜਿਹੜਾ ਹੈ ਉਹ ਪ੍ਰਗਟ ਹੋ ਜਾਏ। ਜਿੰਨੀ ਦੇਰ ਤੱਕ ਪ੍ਰਗਟ ਨਹੀਂ ਹੁੰਦਾ, ਆਪਣੇ ਆਪ ਵਹਿ ਨਹੀਂ ਤੁਰਦਾ, ਉਨੀ ਦੇਰ ਤੱਕ ਉਹਦਾ ਅਭਿਆਸ ਕਰਨਾ ਪੈਂਦਾ। ਦਾਨ ਏ, ਸੱਚ ਬੋਲਣਾ ਏ, ਹਰ ਇੱਕ ਚੀਜ਼ ਜਿਹੜੀ ਏ ਉਹਦਾ ਅਭਿਆਸ ਕਰਨਾ ਪੈਂਦਾ। ਅਭਿਆਸ ਵੀ ਤਾਂ ਕਰਨਾ ਪੈਂਦਾ ਕਿਉਂਕਿ ਅਸੀਂ ਸੰਸਾਰ ਦੀ ਮੈਲ ਦੇ ਵਿੱਚੋਂ ਉਹਦੇ ਉਲਟੇ ਅਭਿਆਸਾਂ ਦੀ ਆਦਤ ਬਣਾ ਲਈ। ਸੱਚ ਤੇ ਅੰਦਰੋਂ ਹੀ ਪ੍ਰਗਟ ਹੁੰਦਾ, ਪਰ ਅਸੀਂ ਝੂਠ ਬੋਲਣ ਦੀ ਆਦਤ ਬਣਾ ਲਈ। ਹੁਣ ਵਾਪਸ ਸੱਚ ਬੋਲਣ ਦੀ ਆਦਤ ਬਣਾਉਣੀ ਹੈ ਤੇ ਸੱਚ ਬੋਲਣ ਦਾ ਅਭਿਆਸ ਕਰਨਾ ਪਵੇਗਾ। ਜਿਵੇਂ ਝੂਠ ਨੂੰ ਗ੍ਰਹਿਣ ਕੀਤਾ ਹੈ, ਉਵੇਂ ਹੀ ਝੂਠ ਨੂੰ ਲਾਉਣ ਦਾ ਵੀ ਅਭਿਆਸ ਕਰਨਾ ਪੈਣਾ। ਉਹਦੇ ਆਪੋਜ਼ਿਟ ਝੂਠ ਲੱਥ ਗਿਆ, ਸੱਚ ਤਾਂ ਸੱਚ ਹੀ ਹੈ, ਅੰਦਰ ਪ੍ਰਗਟ ਹੋਏਗਾ, ਪ੍ਰੇਮ ਪ੍ਰਗਟ ਹੋਏਗਾ। ਤੇ ਕਈ ਗੁਣਾਂ ਦੇ ਸੰਗ੍ਰਹਿ ਚੋਂ ਇੱਕ ਰੰਗ ਮਿਲਦਾ ਹੈ। ਪ੍ਰੇਮ ਇੱਕ ਰੰਗ ਏ, ਗੁਣ ਨਹੀਂ ਹੈਗਾ। ਜਦੋਂ ਤੁਸੀਂ ਕੁਝ ਗੁਣਾਂ ਨੂੰ ਧਾਰਨ ਕਰ ਲੈਂਦੇ ਆ ਨਾ, ਫਿਰ ਇੱਕ ਰੰਗ ਪ੍ਰਗਟ ਹੁੰਦਾ। ਹਰ 3-4 ਗੁਣਾਂ ਦੇ ਬਾਅਦ ਇੱਕ ਰੰਗ ਹੁੰਦਾ। ਉਹ ਰੰਗ ਬਹੁਤ, ਉਹ ਮਹਿਕ ਏ, ਜਿਵੇਂ ਫੁੱਲ ਖਿੜ ਗਿਆ ਤੇ ਖੁਸ਼ਬੂ ਏ। ਅਜੇ ਤੇ ਹੀ ਸਭ ਰੌਲਾ ਪਾਈ ਜਾਂਦੇ, ਪ੍ਰੇਮ ਏ, ਪ੍ਰੇਮ ਏ, ਪ੍ਰੇਮ ਏ। ਮਾਂ ਨੂੰ ਕਹੀ ਜਾਂਦੇ ਬੱਚੇ ਨਾਲ ਪ੍ਰੇਮ ਕਰਦੀ, ਮੋਹ ਕਰਦੀ ਏ। ਉਹਦੇ ਅੰਦਰ ਇੱਕ ਮਮਤਾ ਦਾ ਰੰਗ ਏ ਜਿਹੜਾ ਸਤਿਗੁਰੂ ਉਹਨੂੰ ਬਖਸ਼ਦੇ ਨੇ। ਤੇ ਇਹ ਮਾਂ ਇਸਤਰੀ ਇਸ ਭਾਗ ਦੇ ਵਿੱਚ ਬਹੁਤ ਨਸੀਬਵਾਨ ਹੈ, ਕਿਉਂਕਿ ਉਹਨੂੰ ਬਿਨਾਂ ਕੀਤਿਆਂ ਇੱਕ ਰੰਗ ਮਿਲਦਾ ਹੈ ਮਮਤਾ ਦਾ, ਜਿਹੜਾ ਉਹਦੇ ਅੰਦਰੋਂ ਪ੍ਰਗਟ ਹੁੰਦਾ। ਜਿਹੜਾ ਉਹ ਬੱਚੇ ਨਾਲ ਆਪ ਕਰਦੀ ਉਹ ਮੋਹ ਹੁੰਦਾ। ਜਿਹੜਾ ਆਪਣੇ ਆਪ ਬੱਚੇ ਪ੍ਰਤੀ ਪ੍ਰਗਟ ਹੁੰਦਾ ਹੈ ਨਾ, ਕਿ ਜਿਹੜਾ ਉਹਨੂੰ ਸੁੱਤੀ ਨੂੰ ਵੀ ਉਹਦਾ ਧਿਆਨ ਰਹਿੰਦਾ, ਉਹ ਮਮਤਾ ਹੈ, ਉਹ ਸਤਿਗੁਰੂ ਦੀ ਬਖਸ਼ਿਸ਼ ਹੈ। ਇਹਦੇ ਚ ਪੁਰਸ਼ ਨਸੀਬਵਾਨ ਨਹੀਂ ਹੈ, ਪੁਰਸ਼ ਨੂੰ ਇਹ ਨਹੀਂ ਮਿਲਿਆ, ਇਹ ਸਿਰਫ ਇਸਤਰੀ ਨੂੰ ਮਿਲਦਾ। ਇਹ ਬਹੁਤ ਖੂਬਸੂਰਤ ਰੰਗ ਹੈ। ਜਦੋਂ ਕੋਈ ਪੁਰਸ਼ ਜਿਹੜਾ ਹੈ, ਪੁਰਸ਼ ਨੇ ਮਮਤਾ ਨੂੰ ਪਾਉਣਾ ਹੋਏਗਾ ਨਾ, ਉਹਨੂੰ ਬੰਦਗੀ ਚ ਉਤਰਨਾ ਪਏਗਾ। ਕਾਫੀ ਬੰਦਗੀ ਤੋਂ ਬਾਅਦ ਜਿਹੜਾ ਹੈ ਮਮਤਾ ਦਾ ਰੰਗ ਜਿਹੜਾ ਹੈ ਉਹਦੇ ਅੰਦਰ ਪ੍ਰਗਟ ਹੁੰਦਾ, ਤੇ ਇਸਤਰੀ ਨੂੰ ਸਹਿ ਸੁਭਾਅ ਮਿਲਦਾ। ਪਰ ਇਸਤਰੀ ਜਿਹੜੀ ਹੈ ਕਿਤੇ ਉਸੇ ਰੰਗ ਨੂੰ ਸੰਭਾਲ ਕੇ ਪੂਰੀ ਲਕਾਈ ਤੇ ਲਾਗੂ ਕਰ ਦੇ ਤੇ ਕਿਆ ਖੂਬਸੂਰਤੀ ਹੈ। ਪਰ ਬਹੁਤੀਆਂ ਭੈਣਾਂ ਕਰ ਨਹੀਂ ਪਾਉਂਦੀਆਂ। ਜਿਸ ਦਿਨ ਪ੍ਰੇਮ ਦਾ ਜਿਹੜਾ ਉਹ ਇਸ਼ਕ ਲੱਗੇਗਾ ਨਾ, ਉਹ ਬਹੁਤ ਖੂਬਸੂਰਤ ਹੈ। ਉੱਥੇ ਤੁਹਾਨੂੰ ਸ਼ਬਦਾਂ ਦੀ ਲੋੜ ਨਹੀਂ ਹੈ। ਆ ਵੇਖੋ, ਅਸੀਂ ਤੁਹਾਡੇ ਨਾਲ ਬੋਲ ਰਹੇ ਹਾਂ, ਪਰ ਇਹਨਾਂ ਬੋਲਾਂ ਦੇ ਪਿੱਛੇ ਇੱਕ ਗਹਿਨ ਸ਼ਾਂਤੀ ਹੈ, ਇੱਕ ਗਹਿਨ ਰੰਗ ਹੈ ਜਿਹੜਾ ਬਿਖਰਨ ਡਿਆ ਹੋਏਗਾ। ਅਸੀਂ ਚੁੱਪ ਕਰਕੇ ਵੀ ਬਹਿ ਜਾਈਏ, ਤੁਸੀਂ ਉਹ ਰੰਗ ਨੂੰ ਫਿਰ ਵੀ ਫੀਲ ਕਰੋਗੇ। ਇਹ ਸਤਿਗੁਰੂ ਦੀ ਮਹਿਮਾ ਹੁੰਦੀ
ਕਿ ਉਹ ਆਪਣੇ ਜਿੱਥੇ ਉਹਦੀ ਮਹਿਮਾ ਹੋਵੇ ਉੱਥੇ ਰੰਗ ਬਖੇਰਦੇ ਨੇ। ਤੇ ਪ੍ਰੇਮ ਦਾ ਇੱਕ ਇਦਾਂ ਦਾ ਰੰਗ ਹੈ, ਅਸੀਂ ਕੁਝ ਨਾ ਕਹੀਏ ਤੇ ਚੁੱਪ ਕਰਕੇ ਬਹਿ ਕੇ ਚਲੇ ਜਾਈਏ, ਤੁਸੀਂ ਵੀ ਬਹਿ ਕੇ ਚਲੇ ਜਾਓ, ਫਿਰ ਵੀ ਜੋ ਤੁਸੀਂ ਆਏ ਹੋ ਉਹ ਨਹੀਂ ਵਾਪਸ ਜਾਓਗੇ। ਕੋਈ ਨਾ ਕੋਈ ਰੰਗ ਜਿਹੜਾ ਇਹ ਹਿਰਦੇ ਨੂੰ ਲੱਗੇਗਾ, ਟੁੰਬੇਗਾ। ਉਹ ਰੰਗ ਮਿਲਣ, ਉਹ ਰੰਗ ਨਸੀਬ ਹੋਣ, ਉਹ ਗੁਣ ਆਪ ਜੀ ਦੇ ਹਿਰਦੇ ਤੋਂ ਪ੍ਰਗਟ ਹੋਣ, ਉਹਨਾਂ ਵਾਸਤੇ ਰੱਜ ਕੇ ਆਪਣੇ ਪਿਆਰੇ ਨਾਲ ਰਿਹਾ ਕਰੋ। ਜਿੱਥੇ ਤੱਕ ਉਹ ਲੈ ਕੇ ਆਇਆ, ਜਿੰਨੀ ਕੁ ਬੁੱਧ ਦਿੱਤੀ, ਜਿੰਨੀ ਕੁ ਸਮਝ ਦਿੱਤੀ, ਰੀਝ ਨਾਲ, ਤੇ ਉਹਨੂੰ ਵੇਖਣ ਦਾ, ਹਰ ਜਗ੍ਹਾ ਉਹਦੇ ਨਾਲ ਵਿਵਹਾਰ ਕਰਨ ਦਾ ਇੱਕ ਅਭਿਆਸ ਕਰਿਆ ਕਰੋ ਕਿ ਬਸ ਤੂੰ ਹੀ ਤੂੰ, ਬੁਰਾ ਚੰਗਾ ਕੋਈ ਨਹੀਂ, ਕੋਈ ਮਾੜਾ ਚੰਗਾ ਨਹੀਂ, ਕੋਈ ਅਮੀਰ ਗਰੀਬ ਨਹੀਂ, ਕੋਈ ਜਾਤ ਪਾਤ ਨਹੀਂ, ਸਿਰਫ ਤੂੰ ਹੈ, ਬਸ ਇੱਕ ਹੀ ਜੋਤ ਹੈ। ਤੁਸੀਂ ਕਰੋਗੇ ਤੇ ਇਹਨਾਂ ਬੱਚਿਆਂ ਨੂੰ ਵੀ ਕਿਤੇ ਇਹ ਵਿਰਾਸਤ 'ਚ ਮਿਲਣਗੀਆਂ ਚੀਜ਼ਾਂ। ਅਜੇ ਤੇ ਅਸੀਂ ਉਹ ਕਮਲੇ ਆ ਜਿਹੜੇ ਇਹਨਾਂ ਨੂੰ ਢੇਰ ਸਾਰੀ ਮਾਇਆ, ਤੇ ਉਹਨਾਂ ਢੇਰ ਸਾਰੀ ਮਾਇਆ ਦੇ ਨਾਲ ਢੇਰ ਸਾਰੇ ਔਗਣ ਜਿਹੜੇ ਆ ਉਹ ਵਿਰਾਸਤ 'ਚ ਦਿੰਨੇ। ਤੇ ਇਹੋ ਜੀ ਮਾਇਆ ਤੋਂ ਕੀ ਥੁੜਿਆ? ਉਹ ਸਭ ਕੁਝ ਹੁੰਦਿਆਂ ਵੀ ਉਹ ਦੁਖੀ ਰਹਿੰਦੇ, ਕਲਪਦੇ ਰਹਿੰਦੇ, ਖਿੱਚਦੇ ਰਹਿੰਦੇ, ਆਤਮ ਹੱਤਿਆ ਕਈ ਕਰਦੇ, ਕੋਈ ਨਸ਼ਿਆਂ 'ਚ ਰੁੜ ਜਾਂਦੇ, ਲੜਦੇ ਝਗੜਦੇ, ਬੁਰਾ ਹਾਲ ਕਰਦੇ। ਇਹੋ ਜੀ ਮਾਇਆ ਦਾ ਫਾਇਦਾ ਕੀ ਹੋਇਆ ਜੇ ਉਹਨਾਂ ਨੇ ਅਨਮੋਲ ਜੀਵਨ ਹੀ ਗਵਾਤਾ। ਪਰ ਤੁਸੀਂ ਰੰਗ ਮਾਣੋਗੇ ਤੇ ਇਹਨਾਂ ਨੂੰ ਮਾਇਆ ਤੇ ਮਿਲ ਹੀ ਜਾਣੀ ਜੋ ਤੁਸੀਂ ਕਮਾਉਣਾ ਹੈ, ਪਰ ਵਿਰਾਸਤ ਦੇ ਵਿੱਚ ਇਹਨਾਂ ਨੂੰ ਕੁਝ ਗੁਣ ਵੀ ਮਿਲਣਗੇ, ਸਹਿ ਸੁਭਾਅ। ਅਭਿਆਸ ਕਰੋਗੇ ਨਾ ਤਗੜੇ ਹੋ ਕੇ। ਭੁੱਲ ਨਾ ਜਾਇਓ, ਭੁੱਲ ਜਾਣਾ ਸਭ ਤੋਂ ਵੱਡਾ ਗੁਨਾਹ ਹੈ। ਸੰਭਾਲ ਕੇ ਕਰੋਗੇ ਤੇ ਇੱਕ ਚਿੰਤਾ 'ਚ ਨਹੀਂ ਜਾਣਾ। ਧਰਮ ਦਾ ਮਾਰਗ ਚਿੰਤਾ ਦਾ ਮਾਰਗ ਨਹੀਂ ਹੈ। ਚਿੰਤਾ ਉਦੋਂ ਆਉਂਦੀ ਏ ਜਦੋਂ ਮਨੁੱਖ ਉਹਦੀ ਬਖਸ਼ਿਸ਼ ਨੂੰ, ਉਹਦੀ ਬਖਸ਼ਿੰਦਗੀ ਨੂੰ ਭੁੱਲ ਜਾਂਦਾ, ਪਿਆਰੇ ਨੂੰ ਭੁੱਲ ਜਾਂਦਾ। ਦੁੱਖ ਆਉਂਦਾ ਹੀ ਉਦੋਂ ਹੈ ਜਦੋਂ ਉਹ ਪਿਆਰੇ ਨੂੰ ਭੁੱਲ ਜਾਂਦਾ, ਨਹੀਂ ਤੇ ਕੋਈ ਦੁੱਖ ਨਹੀਂ ਆਏਗਾ। ਤੇ ਤਗੜੇ ਹੋ ਕੇ ਕਰੀ। ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।